ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 19ਵੀਂ ਅਸ਼ਟਪਦੀ ਦੀ ਕਥਾ ਚੱਲ ਰਹੀ ਹੈ। ਕੱਲ 7 ਬੰਦਾਂ ਤੱਕ ਕਥਾ ਹੋ ਗਈ ਸੀ। ਅੱਜ 19ਵੀਂ ਅਸ਼ਟਪਦੀ ਦੇ 8ਵੇਂ ਬੰਦ ਦੀ ਕਥਾ ਹੋਣੀ ਹੈ। ਉਹਦੀ ਪਹਿਲੀ ਪੰਕਤੀ ਹੈ, ਏਕੋ ਜਪ ਏਕੋ ਸਲਾਹੇ। ਏਕੋ ਜਪ ਏਕੋ ਸਲਾਹੇ, ਏਕ ਸਿਮਰ ਏਕੋ ਮਨ ਆਹੇ। ਹੇ ਭਾਈ, ਇੱਕ ਪਰਮਾਤਮਾ ਦਾ ਜਾਪ ਕਰੋ, ਉਸ ਇੱਕ ਦੀ ਹੀ ਸਿਫਤ ਸਲਾਹ ਕਰੋ, ਇੱਕ ਦਾ ਹੀ ਸਿਮਰਨ ਕਰੋ, ਏਕ ਸਿਮਰ। ਇੱਕ ਦੀ ਹੀ ਮਨ 'ਚ ਆਸ ਰੱਖੋ, ਇੱਛਾ ਰੱਖੋ। ਆਹੇ ਹੁੰਦਾ ਇੱਛਾ। ਇੱਕ ਦਾ ਹੀ ਜਾਪ ਕਰਨਾ, ਇੱਕ ਦੀ ਹੀ ਸਿਫਤ ਸਲਾਹ ਕਰਨੀ, ਇੱਕ ਦਾ ਹੀ ਸਿਮਰਨ ਕਰਨਾ, ਅਤੇ ਉਸ ਇੱਕ ਦਾ ਹੀ ਮਨ 'ਚ ਇੱਛਾ ਕਰਨੀ ਵੀ ਮੈਨੂੰ ਮਿਲੇ। ਕਿਉਂਕਿ ਜਦੋਂ ਸਾਡਾ ਸਾਰਾ ਧਿਆਨ, ਸਾਡੀ ਸਾਰੀ ਸ਼ਕਤੀ, ਸਾਡਾ ਸਾਰਾ ਸਮਾਂ ਇੱਕ ਇੱਛਾ ਨੂੰ ਪੂਰੀ ਕਰਨ 'ਤੇ ਲੱਗੇਗਾ ਤਾਂ ਇੱਛਾ ਜ਼ਰੂਰ ਪੂਰੀ ਹੋ ਜਾਏਗੀ। ਕਿਉਂ? ਅਸੀਂ ਆਪਣਾ ਸਾਰਾ ਜ਼ੋਰ ਲਾਤਾ, ਕੋਈ ਕਸਰ ਨਹੀਂ ਛੱਡੀ। ਇਸ ਲਈ ਗੁਰੂ ਮਹਾਰਾਜ ਕਹਿੰਦੇ, ਭਾਈ ਉਸ ਇੱਕ ਪਰਮਾਤਮਾ ਨੂੰ ਜਪੋ, ਉਸ ਇੱਕ ਪਰਮਾਤਮਾ ਦੀ ਸਿਫਤ ਸਲਾਹ ਕਰੋ, ਇੱਕ ਪਰਮਾਤਮਾ ਦੇ ਸਿਮਰਨ ਕਰੋ, ਅਤੇ ਉਸ ਇੱਕ ਪਰਮਾਤਮਾ ਦੇ ਮਨ 'ਚ ਇੱਛਾ ਰੱਖੋ। ਏਕਸ ਕੇ ਗੁਣ ਗਾਓ ਅਨੰਤ। ਪਰਮਾਤਮਾ ਹੈਗਾ ਅਨੰਤ। ਅਨੰਤ ਭਾਵ 2 ਸ਼ਬਦਾਂ ਦਾ ਬਣਿਆ, ਅਨੰਤ, ਜਿਹਦਾ ਅੰਤ ਹੀ ਕੋਈ ਨਹੀਂ, ਜਿਹਨੂੰ ਕਹਿੰਦੇ ਨੇ ਬੇਅੰਤ। ਉਹ ਪਰਮਾਤਮਾ ਜੋ ਬੇਅੰਤ ਹੈ, ਜੋ ਅਨੰਤ ਹੈ, ਉਸ ਇੱਕ ਪਰਮਾਤਮਾ ਦੇ ਹੀ ਗੁਣ ਗਾਓ। ਮਨ ਤਨ ਜਾਪ ਏਕ ਭਗਵੰਤ। ਮਨ ਕਰਕੇ ਅਤੇ ਤਨ ਕਰਕੇ ਇੱਕ ਪਰਮਾਤਮਾ ਦਾ ਹੀ ਜਾਪ ਕਰੋ। ਏਕੋ ਏਕ ਏਕ ਹਰ ਆਪ। ਪਰਮਾਤਮਾ ਇੱਕੋ ਇੱਕ ਹੈ, ਔਰ ਉਹ ਆਪਣੇ ਆਪ ਤੋਂ ਹੈ। ਪਰਮਾਤਮਾ ਕੋਈ 2-3 ਨਹੀਂ, ਉਹ ਇੱਕੋ ਇੱਕ ਹੈ। ਇਸ ਲਈ ਗੁਰੂ ਨਾਨਕ ਦੇਵ ਦੇ ਅੱਗੇ ਇੱਕ ਲਾਇਆ ਹੈ। ਇੱਕ ਓਅੰਕਾਰ, ਇੱਕੋ ਹੀ ਹੈ, ਅਤੇ ਉਹ ਆਪਣੇ ਆਪ ਤੋਂ ਹੈ। ਉਹਨੂੰ ਕਿਸੇ ਬਣਾਇਆ ਨਹੀਂ ਹੈ, ਉਹ ਆਪਣੇ ਆਪ ਤੋਂ ਹੈ ਅਤੇ ਇੱਕੋ ਇੱਕ ਹੈ। ਪੂਰਨ ਪੂਰ ਰਹਿਓ ਪ੍ਰਭ ਵਿਆਪ। ਪਰਮਾਤਮਾ ਸਾਰਿਆਂ ਦੇ ਵਿੱਚ ਵਸਦਾ ਹੈ, ਉਹ ਵਿਆਪਕ ਹੈ। ਵਿਆਪਕ ਹੁੰਦਾ ਜਿਹੜਾ ਸਾਰੇ ਥਾਵਾਂ 'ਤੇ ਹੋਵੇ। ਪਰਮਾਤਮਾ ਸਾਰਿਆਂ ਦੇ ਵਿੱਚ ਵਸ ਰਿਹਾ ਹੈ ਅਤੇ ਸਭ ਥਾਵਾਂ 'ਤੇ ਹੈ। ਪੂਰਨ ਪੂਰ ਰਹਿਓ ਪ੍ਰਭ ਵਿਆਪ। ਅਨੇਕ ਵਿਸਥਾਰ ਏਕ ਤੇ ਭਏ। ਅਨੇਕ ਮੈਨੇ ਅਨੇਕਾਂ। ਇੱਕ ਪਰਮਾਤਮਾ ਤੋਂ ਹੀ ਇਹ ਅਨੇਕਾਂ ਤਰ੍ਹਾਂ ਦਾ ਵਿਸਥਾਰ ਹੋਇਆ ਹੈ। ਇਹ ਆ ਜੋ ਕੁਛ ਬਣੇ ਸ੍ਰਿਸ਼ਟੀ ਦੇ, ਅਨੇਕਾਂ ਚੀਜ਼ਾਂ ਬਣੀਆਂ ਨੇ, ਇਹ ਸਭ ਉਸ ਪਰਮਾਤਮਾ ਤੋਂ ਹੀ ਹਨ। ਉਹੀ ਇੱਕੋ ਹੀ ਬਣਾਉਣ ਵਾਲਾ ਹੈ। ਉਹਨੇ ਹੀ ਅਨੇਕਾਂ ਚੀਜ਼ਾਂ ਬਣਾਈਆਂ ਹਨ। ਏਕ ਅਰਾਧ ਪਰਾਸ਼ਤ ਗਏ। ਜਿਨ੍ਹਾਂ ਨੇ ਇੱਕ ਪਰਮਾਤਮਾ ਦੀ ਅਰਾਧਨਾ ਕੀਤੀ, ਪ੍ਰਾਸ਼ਤ ਹੁੰਦਾ ਪਾਪ। ਜਿਵੇਂ ਕਿਲਵਿਖ, ਉਹਦਾ ਵੀ ਅਰਥ ਹੈ ਪਾਪ। ਕਸੰਮਲ ਸ਼ਬਦ ਹੈ, ਉਹਦਾ ਅਰਥ ਵੀ ਹੈ ਪਾਪ। ਪ੍ਰਾਸ਼ਤ ਦਾ ਅਰਥ ਵੀ ਹੈ ਪਾਪ। ਏਕ ਅਰਾਧ ਪ੍ਰਾਸ਼ਤ ਗਏ। ਜਿਨ੍ਹਾਂ ਨੇ ਇੱਕ ਪਰਮਾਤਮਾ ਦੀ ਅਰਾਧਨਾ ਕੀਤੀ, ਉਹਨਾਂ ਦੇ ਪਾਪ ਖਤਮ ਹੋ ਗਏ। ਇਹ ਚੰਗੀ ਤਰ੍ਹਾਂ ਸਮਝ ਲੈਣਾ ਹੈ। ਜੇ ਸਾਡੀ ਜ਼ਿੰਦਗੀ 'ਚ ਸੁੱਖ ਨੇ, ਉਹ ਸਾਡੇ ਪੁੰਨ ਕਰਮਾਂ ਕਾਰਨ। ਜਿਹੜੇ ਸਾਡੀ ਜ਼ਿੰਦਗੀ ਦੁੱਖ ਨੇ,
ਉਹ ਸਾਡੇ ਪਾਪ ਕਰਮਾਂ ਕਾਰਨ। ਜੇ ਜ਼ਿਆਦਾ ਦੁੱਖ ਹੈ ਤੇ ਇਹਦਾ ਮਤਲਬ ਜ਼ਿਆਦਾ ਪਾਪ ਕੀਤੇ, ਜੇ ਬਹੁਤ ਜ਼ਿਆਦਾ ਦੁੱਖ ਹੈ ਤੇ ਇਹਦਾ ਮਤਲਬ ਬਹੁਤ ਵੱਡਾ ਪਾਪ ਕੀਤਾ। ਜਿੱਡਾ ਵੱਡਾ ਪਾਪ ਓਡੀ ਵੱਡੀ ਉਹਦੀ ਸਜ਼ਾ। ਧਰਮ ਸਦੀਆਂ ਤੋਂ ਕਹਿ ਰਿਹਾ ਹੈ ਕਿ ਤੁਹਾਡੇ ਹਰ ਕਰਮ ਦਾ ਤੁਹਾਨੂੰ ਫਲ ਮਿਲਣਾ, ਹਰ ਕਰਮ ਦਾ। ਐ ਯੂ ਸੋ ਸ਼ੈਲ ਯੂ ਰੀਪ। ਬਾਈਬਲ 'ਚ ਵੀ ਇਹੀ ਲਿਖਿਆ, ਜਿਹੋ ਜਿਹਾ ਬੀਜੋਗੇ ਉਹੋ ਜਿਹੇ ਵੱਢੋਗੇ। ਮਨੁੱਖ ਮਾੜੇ ਕਰਮ ਕਰਦਾ ਹੈ ਤੇ ਨਤੀਜਾ ਚੰਗਾ ਚਾਹੁੰਦਾ ਹੈ, ਅਜਿਹਾ ਨਹੀਂ ਹੁੰਦਾ। ਧਰਮ ਕਹਿੰਦਾ ਮੰਦੇ ਕੰਮੀ ਨਾਨਕਾ ਜਦ ਕਦ ਮੰਦਾ ਹੋਏ। ਮੰਦੇ ਕੰਮਾਂ ਦਾ ਨਤੀਜਾ ਸੂਨਰ ਲੇਟਰ ਮੰਦਾ ਹੀ ਨਿਕਲਣਾ। ਛੇਤੀ ਨਿਕਲ ਗਿਆ ਜਾਂ ਦੇਰ ਨਾਲ ਨਿਕਲਿਆ, ਨਤੀਜਾ ਮੰਦਾ ਹੀ ਨਿਕਲਦਾ। ਇਸ ਲਈ ਬਾਣੀ ਧਰਮ ਮਨੁੱਖ ਨੂੰ ਸਾਵਧਾਨ ਕਰਦਾ ਰਹਿੰਦਾ ਹੈ ਕਿ ਜੇ ਤੇਰੀ ਜ਼ਿੰਦਗੀ ਦੁੱਖ ਆ ਰਹੇ ਨੇ, ਇਸ ਤੋਂ ਤੂੰ ਅੰਦਾਜ਼ਾ ਲਾ ਲੈ ਕਿ ਤੂੰ ਪਿਛਲੇ ਜਨਮਾਂ 'ਚ ਪਾਪ ਕਰਮ ਕਰਦਾ ਰਿਹਾ। ਜੇ ਕੋਈ ਦੁੱਖ ਬਹੁਤ ਵੱਡਾ ਹੈ ਤੇ ਇਹਦਾ ਮਤਲਬ ਤੁਸੀਂ ਪਿਛਲੇ ਜਨਮ ਬਹੁਤ ਵੱਡਾ ਪਾਪ ਕੀਤਾ। ਵੱਡੇ ਪਾਪ ਦਾ ਦੁੱਖ ਵੱਡਾ ਹੋਏਗਾ, ਛੋਟੇ ਪਾਪ ਦਾ ਦੁੱਖ ਛੋਟਾ ਹੋਏਗਾ। ਜੇ ਕੋਈ ਪਾਪ ਤੁਸੀਂ ਕਾਫੀ ਸਮਾਂ ਕਰਦੇ ਰਹੇ ਹੋ ਤਾਂ ਉਹਦਾ ਦੁੱਖ ਵੀ ਬਹੁਤ ਸਮਾਂ ਚੱਲੇਗਾ। ਇੱਕ ਬੰਦਾ ਸਾਰੀ ਉਮਰ ਹੀ ਚੋਰੀਆਂ ਕਰਦਾ ਰਿਹਾ, ਅਗਲਾ ਜਿਹੜਾ ਜਨਮ ਆਏਗਾ ਸਾਰੀ ਉਮਰ ਹੀ ਗਰੀਬੀ 'ਚ ਬੀਤ ਜਾਏਗਾ। ਅਮੀਰੀ ਵੇਖਣ ਨੂੰ ਹੀ ਨਹੀਂ ਮਿਲਣੀ, ਨਸੀਬ ਹੀ ਨਹੀਂ ਹੋਣੀ। ਬੰਦੇ ਨੂੰ ਸਮਝ ਨਹੀਂ ਆਉਂਦੀ ਕਿ ਇਹਦੀ ਸਾਧ ਦੀ ਦਿਵ ਦ੍ਰਿਸ਼ਟੀ ਖੁੱਲ੍ਹੀ ਹੋਵੇ ਨਾ, ਫਿਰ ਉਹ ਦੱਸੇਗਾ ਵੀ ਤੂੰ ਪਿਛਲੇ ਜਨਮ 'ਚ ਕੀ ਕੀਤਾ, ਇਸ ਕਾਰਨ ਤੈਨੂੰ ਆ ਦੁੱਖ ਹੈ। ਦੁੱਖ ਆਪਣੇ ਹੀ ਕਰਮਾਂ ਦਾ। ਦੇਖੋ ਗੁਰਬਾਣੀ ਸਾਫ਼ ਲਿਖਿਆ, ਦਦੈ ਦੋਸ਼ ਨ ਦੇਉ ਕਿਸੈ ਦੋਸ਼ ਕਰਮਾਂ ਆਪਣੇ, ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨ ਦੀਜੈ ਅਵਰਜਨ। ਕਹਿੰਦੇ ਮੈਂ ਕਿਸੇ ਨੂੰ ਦੋਸ਼ ਨਹੀਂ ਦਿੰਦਾ, ਮੈਂ ਆਪਣੇ ਕਰਮਾਂ ਨੂੰ ਦੋਸ਼ ਦਿੰਦਾ। ਜੋ ਮੈਂ ਕੀਆ, ਜੋ ਮੈਂ ਕੀਤਾ ਸੋ ਮੈਂ ਪਾਇਆ, ਉਹੀ ਮੈਨੂੰ ਮਿਲਿਆ। ਦੋਸ਼ ਨਾ ਦੀਜੈ ਅਵਰਜਨ, ਇਸ ਲਈ ਮੈਂ ਹੋਰਾਂ ਨੂੰ ਦੋਸ਼ ਨਹੀਂ ਦਿੰਦਾ। ਆਪਣੇ ਕਰਮਾਂ ਕਾਰਨ ਹੀ ਮਨੁੱਖ ਦੁੱਖ ਸੁੱਖ ਭੋਗਦਾ ਰਹਿੰਦਾ। ਆਪਣੇ ਕਰਮਾਂ ਕਾਰਨ ਮਨੁੱਖ ਅਮੀਰੀ ਗਰੀਬੀ ਭੋਗਦਾ ਰਹਿੰਦਾ ਹੈ। ਤਾਂ ਗੁਰੂ ਮਹਾਰਾਜ ਸਾਨੂੰ ਕਹਿੰਦੇ ਨੇ, ਏਕ ਅਰਾਧ ਪ੍ਰਾਸ਼ਤ ਗਏ। ਇੱਕ ਪਰਮਾਤਮਾ ਦੀ ਅਰਾਧਨਾ ਕਰਨਾ, ਪਾਪ ਖਤਮ ਹੋ ਜਾਂਦੇ ਹਨ। ਮਨ ਤਨ ਅੰਤਰ ਏਕ ਪ੍ਰਭ ਰਤ, ਜਿਹਦਾ ਮਨ ਅਤੇ ਤਨ ਇੱਕ ਪਰਮਾਤਮਾ ਦੇ ਪਿਆਰ 'ਚ ਰੰਗਿਆ ਗਿਆ ਨਾ, ਰਾਤਾ ਮੈਨੇ ਰੰਗਿਆ ਗਿਆ। ਪਰਮਾਤਮਾ ਦੇ ਪਿਆਰ ਨਾਲ ਜਿਹਦਾ ਮਨ ਤਨ ਰੰਗਿਆ ਗਿਆ, ਗੁਰ ਪ੍ਰਸਾਦ ਨਾਨਕ ਇੱਕ ਜਾਤਾ। ਗੁਰੂ ਦੀ ਕਿਰਪਾ ਨਾਲ ਫਿਰ ਉਸ ਮਨੁੱਖ ਨੇ ਪਰਮਾਤਮਾ ਨੂੰ ਜਾਣ ਲਿਆ। ਜਿਹੜਾ ਮਨ ਕਰਕੇ ਤਨ ਕਰਕੇ ਪਰਮਾਤਮਾ 'ਚ ਲੱਗਾ ਹੋਇਆ ਨਾ, ਉਹਦੇ ਪਿਆਰ 'ਚ ਰੰਗਿਆ ਹੋਇਆ ਹੈ, ਉਹਦੇ ਫਿਰ ਗੁਰੂ ਦੀ ਕਿਰਪਾ ਹੁੰਦੀ। ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਨਾਲ ਨਾਨਕ ਇੱਕ ਜਾਤਾ, ਉਸ ਨੇ ਇੱਕ ਪਰਮਾਤਮਾ ਨੂੰ ਜਾਣ ਲਿਆ। ਇੱਥੋਂ ਤੱਕ 19 ਅਸ਼ਟਪਦੀਆਂ ਸਨ। ਹੁਣ 20ਵੀਂ ਅਸ਼ਟਪਦੀ ਸ਼ੁਰੂ ਹੋਣੀ ਹੈ, ਅਤੇ ਹਰ ਅਸ਼ਟਪਦੀ ਤੋਂ ਪਹਿਲਾਂ ਸ਼ਲੋਕ ਹੁੰਦਾ, ਅਤੇ ਸ਼ਲੋਕ ਦੇ ਵਿੱਚ ਸਾਰੀ ਅਸ਼ਟਪਦੀ ਦਾ ਕੇਂਦਰੀ ਭਾਵ ਹੁੰਦਾ ਹੈ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸ਼ਰਨਾਏ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਫਿਰਤ ਫਿਰਤ ਫਿਰਦਿਆਂ ਕਦੇ ਕਿਸੇ ਜੂਨੀ 'ਚ ਕਦੇ ਕਿਸੇ ਜੂਨੀ 'ਚ ਭਟਕਦਿਆਂ ਫਿਰਤ ਫਿਰਤ ਪ੍ਰਭ ਆਇਆ। ਹੈ ਪਰਮਾਤਮਾ,
ਜੇ ਪ੍ਰਭ ਭੱਬੇ ਨੂੰ ਔਂਕੜ ਹੁੰਦਾ ਫਿਰ ਆਪਾਂ ਕਹਿੰਦੇ ਪਰਮਾਤਮਾ। ਭੱਬੇ ਨੂੰ ਔਂਕੜ ਨਹੀਂ ਹੋਣੇ ਦਾ ਅਰਥ ਹੈ ਹੇ ਪਰਮਾਤਮਾ। ਹੇ ਪਰਮਾਤਮਾ, ਮੈਂ ਫਿਰਦਾ ਫਿਰਦਾ ਹੁਣ ਤੇਰੀ ਸ਼ਰਨ 'ਚ ਆ ਗਿਆ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸ਼ਰਨ। ਆਡੜ ਜੂਨੀਆਂ 'ਚ ਭਟਕਦਾ ਭਟਕਦਾ ਹੁਣ ਮੈਨੂੰ ਮਨੁੱਖਾ ਜੀਵਨ ਮਿਲਿਆ, ਹੁਣ ਮੈਂ ਤੇਰੀ ਸ਼ਰਨ 'ਚ ਆ ਗਿਆ। ਨਾਨਕ ਕੀ ਪ੍ਰਭ ਬੇਨਤੀ, ਹੇ ਪਰਮਾਤਮਾ ਮੇਰੀ ਤੇਰੇ ਅੱਗੇ ਬੇਨਤੀ ਹੈ ਕਿ ਆਪਣੀ ਭਗਤੀ ਲਾਏ, ਮੈਨੂੰ ਆਪਣੀ ਭਗਤੀ 'ਚ ਲਾ ਲੈ, ਮੈਂ ਤੇਰੀ ਭਗਤੀ ਕਰਿਆ ਕਰਾਂ। ਦੇਖੋ ਅਸੀਂ ਮਨੁੱਖ, ਸਾਡੀਆਂ ਮੰਗਾਂ ਹੋਰ ਨੇ। ਜਿਨ੍ਹਾਂ ਨੇ ਭਗਤ ਬਣਨਾ ਦਾ, ਸੰਤ ਬਣਨਾ ਦਾ, ਉਹਨਾਂ ਦੀ ਮੰਗ ਹੀ ਇੱਕੋ ਹੁੰਦੀ ਹੈ। ਕਹਿੰਦੇ ਮੈਂ ਭਟਕ ਭਟਕ ਕੇ ਤੇਰੇ ਦਰ 'ਤੇ ਆ ਕੇ, ਤੇਰੀ ਸ਼ਰਨ 'ਚ ਆ ਕੇ। ਕਹਿੰਦੇ ਮੇਰੀ ਇੱਕ ਬੇਨਤੀ ਹੈ ਕਿ ਮੈਨੂੰ ਆਪਣੀ ਭਗਤੀ 'ਚ ਲਾ ਲੈ ਬਸ। ਕਿਉਂ ਗਿਆਨ ਹੈ ਨਾ ਕਿ ਜਦੋਂ ਮੈਂ ਪਰਮਾਤਮਾ ਦੀ ਭਗਤੀ ਕਰਾਂਗਾ ਬਾਕੀ ਸਭ ਕੁਛ ਆਪੇ ਠੀਕ ਹੋ ਜਾਏਗਾ। ਤੁਸੀਂ ਕੁਛ ਵੀ ਨਾ ਮੰਗੋ, ਬਾਣੀ ਪੜ੍ਹੀ ਜਾਓ, ਨਾਮ ਜਪੀ ਜਾਓ, ਪਰਮਾਤਮਾ ਸਭ ਕੁਝ ਜਾਣਦਾ। ਪਰਮਾਤਮਾ ਸਭ ਕੁਝ ਜਾਣਦਾ ਹੈ। ਉਹਨੂੰ ਪਤਾ ਹੈ ਮੇਰੇ ਭਗਤ ਨੂੰ ਕੀ ਲੋੜ ਹੈ, ਉਹ ਆਪੇ ਚੀਜ਼ਾਂ ਦੇਈ ਜਾਂਦਾ ਹੈ। ਚੀਜ਼ਾਂ ਨਹੀਂ ਮੰਗਣੀਆਂ ਹੈ ਤੇ ਉੱਚੀ ਅਵਸਥਾ ਦੀ ਗੱਲ ਹੈ, ਤੇ ਬ੍ਰਹਮ ਗਿਆਨ ਦੀ ਗੱਲ ਕਿ ਨਾਮ ਜਪੀ ਜਾਓ, ਨਾਮ ਜਪੀ ਜਾਓ, ਨਾਮ ਜਪੀ ਜਾਓ, ਸਿਰਫ ਪਰਮਾਤਮਾ ਨੂੰ ਹੀ ਮੰਗੋ। ਪਰਮਾਤਮਾ ਕਿਉਂਕਿ ਦਾਤਾ ਹੈ, ਤੇ ਜਦੋਂ ਦਾਤਾ ਹੀ ਮਿਲ ਗਿਆ, ਦਾਤਾ ਤੇ ਆਪੇ ਹੀ ਆ ਜਾਣਗੇ, ਦਾਤਾ ਤੇ ਆਪੇ ਹੀ ਆ ਜਾਣਗੇ ਜਦੋਂ ਦਾਤਾ ਹੀ ਮਿਲ ਗਿਆ। ਅਸੀਂ ਦਾਤਾਂ ਮੰਗਦੇ ਰਹਿੰਦੇ ਹਾਂ, ਸਾਨੂੰ ਦਾਤਾਂ ਵੀ ਪੂਰੀਆਂ ਨਹੀਂ ਮਿਲਦੀਆਂ, ਦਾਤਾ ਤਾਂ ਮਿਲਦਾ ਹੀ ਨਹੀਂ। ਹੁਣ ਤਾਂ ਅਸੀਂ ਮੰਗੇ ਹੀ ਨਹੀਂ, ਦਾਤੇ ਨੂੰ ਤਾਂ ਅਸੀਂ ਮੰਗੇ ਹੀ ਨਹੀਂ, ਅਸੀਂ ਉਹਦੀ ਦਾਤਾਂ ਮੰਗਦੇ ਰਹਿੰਦੇ ਹਾਂ, ਉਹ ਵੀ ਪੂਰੀਆਂ ਨਹੀਂ ਮਿਲਦੀਆਂ, ਉਹ ਵੀ ਪੂਰੀਆਂ ਨਹੀਂ ਮਿਲਦੀਆਂ। ਨਾ ਦਾਤਾਂ ਪੂਰੀਆਂ ਮਿਲੀਆਂ, ਨਾ ਦਾਤਾ ਮਿਲਿਆ। ਜੇ ਸ਼ਾਇਦ ਇੱਕੋ ਹੀ ਦਾਤੇ ਨੂੰ ਹੀ ਮੰਗਦੇ ਰਹਿੰਦੇ ਮਰਨ ਤੱਕ ਮੰਗਦੇ ਰਹਿੰਦੇ ਤਾਂ ਸ਼ਾਇਦ ਦਾਤਾ ਮਿਲ ਜਾਂਦਾ, ਦਾਤਾ ਆਪੇ ਮਿਲ ਜਾਣੀਆਂ ਸਨ। ਜਿਵੇਂ ਤੁਸੀਂ ਇੱਕ ਅੰਬ ਦਾ ਦਰਖਤ ਲਾਇਆ, ਕਾਹਦੇ ਲਈ? ਅੰਬ ਖਾਣ ਲਈ। ਕਾਹਦੇ ਲਈ? ਅੰਬ। ਇੱਕੋ ਹੀ ਤੁਹਾਡੀ ਇੱਛਾ ਵੀ ਅੰਬ ਖਾਵਾਂਗੇ। ਜਿਵੇਂ ਸਾਧ ਦੀ ਇੱਕੋ ਹੀ ਇੱਛਾ ਹੈ ਕਿ ਦਾਤੇ ਨੂੰ ਮਿਲਾਂਗੇ। ਅੰਬ ਦਾ ਬੂਟਾ ਲਾਇਆ, ਇੱਛਾ ਇੱਕੋ ਹੈ ਕਿ ਮੈਂ ਅੰਬ ਖਾਵਾਂਗਾ। ਪਰ ਆਮ ਕਹਾਵਤ ਹੈ ਇੱਕ ਰੁੱਖ 100 ਸੁੱਖ। ਇੱਕ ਸੁੱਖ ਲਈ ਅਸੀਂ ਅੰਬ ਲਾਇਆ ਵੀ ਅੰਬ ਖਾਵਾਂਗੇ। 99 ਜਿਹੜੇ ਸੁੱਖ ਨੇ ਦਰਖਤ ਦੇ ਉਹ ਆਪਣੇ ਆਪ ਹੀ ਮਿਲ ਗਏ। ਉਹ ਸੁੱਖ ਅਸੀਂ ਮੰਗੇ ਨਹੀਂ, ਅਸੀਂ ਦਰਖਤ ਲਾਇਆ ਅੰਬ ਖਾਣ ਲਈ। ਅੰਬ ਵੀ ਨਾਲੇ ਮਿਲੇ, ਨਾਲੇ 99 ਸੁੱਖ ਹੋਰ ਮਿਲ ਗਏ। ਇਸੇ ਜੇ ਤਰ੍ਹਾਂ ਹੀ ਜੇ ਅਸੀਂ ਪਰਮਾਤਮਾ ਨੂੰ ਮੰਗੀਏ, ਪਰਮਾਤਮਾ ਵੀ ਮਿਲ ਜਾਏਗਾ ਅਤੇ ਉਹਦੀ ਦਾਤਾਂ ਵੀ ਆਪਣੇ ਆਪ ਹੀ ਮਿਲ ਜਾਣਗੀਆਂ। ਜੇ ਕੋਈ ਬੰਦਾ ਸਿਰ ਕਹੇ ਮੈਂ ਦਰਖਤ ਦੀ ਛਾਵੇਂ ਬੈਠਾਂਗਾ, ਚਲੋ ਛਾਂ ਲਈ ਦਰਖਤ ਲਾ ਲਿਆ ਹੈ। ਹੋ ਸਕਦੇ ਨੇ ਫਲਦਾਰ ਬੂਟਾ ਨਾ ਲਾਇਆ, ਸਿਰਫ ਛਾਂ ਵਾਲਾ ਲਾ ਲਿਆ ਹੋਵੇ। ਕਿੱਕਰ ਲਾ ਲਿਆ, ਬੋਹੜ ਲਾ ਲਿਆ, ਪਿੱਪਲ ਲਾ ਲਿਆ, ਟਾਹਲੀ ਲਾ ਲਈ, ਨਿੰਮ ਲਾ ਲਈ ਹੈ। ਉਹ ਤਾਂ ਫਲ ਤੇ ਕੋਈ ਨਹੀਂ ਨਾ ਮਿਲਣਾ, ਛਾਂ ਜ਼ਰੂਰ ਮਿਲੇਗੀ, ਲੱਕੜਾਂ ਮਿਲਣਗੀਆਂ। ਪਰ ਜੇ ਆਪਾਂ ਫਲ ਦਾ ਰੁੱਖ ਲਾਵਾਂਗੇ, ਨਾਲੇ ਫਲ ਮਿਲੇਗਾ, ਨਾਲੇ ਬਾਕੀ ਸਭ ਕੁਛ ਮਿਲੇਗਾ। ਜਿਨ੍ਹਾਂ ਨੂੰ ਪਰਮਾਤਮਾ ਨੇ ਸੰਤ ਬਣਾਉਣਾ ਹੁੰਦਾ ਹੈ, ਭਗਤ ਬਣਾਉਣਾ ਹੁੰਦਾ ਹੈ, ਬ੍ਰਹਮ ਗਿਆਨੀ ਬਣਾਉਣਾ ਹੁੰਦਾ ਹੈ, ਉਹਨਾਂ ਦੇ ਅੰਦਰ ਨਾ ਛੋਟੀ ਉਮਰ 'ਚ ਸੋਝੀ ਪੈਦਾ ਕਰ ਦਿੰਦੇ ਕਿ ਤੁਸੀਂ ਸਿਰਫ ਤੇ ਸਿਰਫ ਮੈਨੂੰ ਮੰਗਣਾ। ਪਰਮਾਤਮਾ ਕਹਿੰਦਾ ਸਿਰਫ ਤੁਸੀਂ ਮੈਨੂੰ ਹੀ ਮੰਗੋ, ਦਾਤਾ ਤਾਂ ਤੁਹਾਨੂੰ ਆਪਣੇ ਆਪ ਹੀ ਮਿਲ ਜਾਣਗੀਆਂ।
ਪਰ ਅਜੇ ਅਸੀਂ ਇੱਥੇ ਪਹੁੰਚੇ ਹੀ ਨਹੀਂ, ਸਾਡੀ ਸੋਚ ਇੱਥੇ ਪਹੁੰਚਦੀ ਨਹੀਂ ਹੈਗੀ। ਅਸੀਂ ਆਪਣੀ ਸੋਚ ਨੂੰ ਗੁਰਬਾਣੀ ਅਨੁਸਾਰ ਜਦੋਂ ਕਰ ਲਾਂਗੇ ਨਾ, ਫਿਰ ਆਪਣੀ ਸੋਚ ਆ ਜਾਏਗੀ। ਇਹ ਨਾ ਇੱਛਾਵਾਂ ਕਦੇ ਪੂਰੀਆਂ ਨਹੀਂ ਹੋਣੀਆਂ। ਅੱਜ ਵੀ ਇੱਕ ਗੁਰਮੁਖ ਕਹਿੰਦਾ, ਮੇਰੇ 2 ਲੜਕੀਆਂ ਬਾਬਾ ਜੀ, ਲੜਕਾ ਹੋ ਜਾਏ। ਮੈਂ ਦੇਖ ਭਰਾਵਾ, ਅਸੀਂ ਬੱਚੇ ਦੀ ਅਰਦਾਸ ਕਰਦੇ, ਲੜਕੇ ਦੀ ਨਹੀਂ ਕਰਦੇ। ਅਸੀਂ ਪੁੱਤਰ ਦੀ ਅਰਦਾਸ ਨਹੀਂ ਕਰਦੇ। ਤੇਰੇ ਘਰ ਕੋਈ ਬੱਚਾ ਨਹੀਂ ਹੈਗਾ, ਉਹਦੀ ਅਰਦਾਸ ਕਰਾ ਲੈ, ਪੁੱਤਰ ਦੀ ਨਹੀਂ ਕਰਦੇ। ਬਾਕੀ ਰਿਸਕ ਹੈ ਭਾਈ। ਜੇ ਤੀਜੀ ਲੜਕੀ ਹੋ ਗਈ ਫਿਰ ਸਾਹਮਣੇ ਔਖੀ ਹੋ ਜਾਏਗੀ। ਜਵਾਕਾਂ ਦਾ ਫਾਇਦਾ ਤਾਂ ਕੋਈ ਹੈ ਨਹੀਂ। ਇਹ ਤਾਂ ਨਿਰੀ ਸਿਰਦਰਦੀ ਹੋ ਗਏ ਨੇ। ਕੀ ਕਹਿਣਾ ਜੀ, 10% ਬੱਚੇ ਚੰਗੇ, ਨਹੀਂ ਤਾਂ 90% ਤੁਹਾਡੇ ਲਈ ਸਿਰਦਰਦੀ ਪੈਦਾ ਕਰਦੇ ਵੱਡੇ ਹੋ ਕੇ। ਇਸ ਲਈ ਬਹੁਤੇ ਜਵਾਕ ਜੂਕ ਜੰਮਣ ਦੀ ਮੈਂ ਲੋੜ ਨਹੀਂ ਹੈਗੀ। ਬਾਕੀ ਹਾਂ, ਹੋ ਸਕਦਾ ਤੀਜਾ ਬੱਚਾ ਤੀਜਾ ਤੁਹਾਡੇ ਹੋ ਸਕਦਾ ਹੈ, ਪਰ ਇਹ ਤਿਆਰ ਰਹਿਣਾ ਕਿ ਲੜਕੀ ਹੋ ਗਈ ਤੀਜੀ ਤਾਂ ਵੀ ਤੁਸੀਂ ਖੁਸ਼ੀ ਨਾਲ ਸਾਂਭਣੀ ਹੈ। ਕਿਉਂਕਿ ਮਨੁੱਖ ਜਿਹੜਾ ਹੈ, ਇਹਨੂੰ ਸਮਝ ਹੀ ਨਹੀਂ ਆਉਂਦੀ ਕਿ ਤੂੰ ਪੁੱਤਰ ਕਿਉਂ ਪੈਦਾ ਕਰ ਰਿਹਾ, ਕਿਉਂ ਚਾਹੁੰਦਾ। ਤੇਰੀ ਪ੍ਰਾਪਰਟੀ ਦਾ ਬਾਅਦ 'ਚ ਮਾਲਕ ਬਣੇ। ਕਹਿੰਦਾ ਮੇਰੀ ਜਾਇਦਾਦ ਦਾ ਕੌਣ ਮਾਲਕ ਬਣੇਗਾ। ਆ ਨੇੜੇ ਇੱਕ ਕਲੋਨੀ ਹੈ, ਪਰਿਵਾਰ ਬਹੁਤ ਅਮੀਰ ਹੈ, ਬਹੁਤ ਪ੍ਰਾਪਰਟੀ ਹੈ, ਪਰ ਬੱਚੇ ਕਹਿੰਦੇ ਅਸੀਂ ਬਾਹਰ ਜਾਣਾ। ਬੱਚੇ ਕਹਿੰਦੇ, ਤੇ ਬੱਚਿਆਂ ਦੀ ਮਾਂ ਵੀ ਕਹਿੰਦੀ ਮੈਂ ਵੀ ਜਾਣਾ। ਬੁੜਿਆ ਤੂੰ ਇਕੱਲਾ ਇੱਥੇ ਭਾਵੇਂ ਰਹੀ ਜਾ। ਬਈ ਤੁਸੀਂ ਕਿਸ ਲਈ ਬਾਹਰ ਚੱਲੇ ਹੋ? ਪੈਸਾ ਕਮਾਉਣ ਲਈ ਚੱਲੇ ਹੋ? ਤੁਹਾਡੇ ਤਾਂ ਪੈਸਾ ਪਹਿਲਾਂ ਹੀ ਫਾਲਤੂ ਹੈ। ਇੱਥੇ ਤੁਹਾਡੇ ਕੋਲ ਕੋਠੀ ਹੈ, ਉੱਥੇ ਜਾ ਕੇ ਤੁਸੀਂ ਬਣਾਓਗੇ, ਕਈ ਸਾਲ ਪੈਸਾ ਇਕੱਠਾ ਕਰਕੇ ਫਿਰ ਕੋਠੀ ਬਣਾਓਗੇ। ਉਹ ਵੀ 25 ਸਾਲ ਲਈ ਤੁਹਾਨੂੰ ਲੋਨ ਮਿਲੇਗਾ। 25 ਸਾਲ ਕਰਜ਼ਾ ਲਾਉਂਦੇ ਰਹੋ, ਉਹਨੇ ਚਿਰ ਬੁੱਢੇ ਹੋ ਜਾਓਗੇ। ਇੱਥੇ ਹੈ ਪਰ ਨਹੀਂ, ਸੋਝੀ ਨਹੀਂ ਹੈ। ਜੇ ਕੋਈ ਸੋਝੀ ਦਿੰਦਾ ਹੈ ਤਾਂ ਉਹਦੀ ਲੋਕ ਮੰਨਦੇ ਨਹੀਂ ਹੈਗੇ। ਭਟਕਣਾ ਲੱਗੀ ਹੋਈ ਹੈ ਮਨੁੱਖ ਨੂੰ। ਵੀ ਭਲਿਆ ਮਾਨਸਾ, ਤੇਰੇ ਉੱਤੇ ਦਾਤੇ ਨੇ ਪ੍ਰਭ ਕੋਠੀ ਦਿੱਤੀ ਹੈ, ਕਾਰ ਦਿੱਤੀ ਹੈ, ਮੋਟਰਸਾਈਕਲ ਦਿੱਤੇ ਨੇ, ਤੈਨੂੰ ਬਾਲ ਬੱਚੇ ਦਿੱਤੇ ਨੇ, ਮਾਇਆ ਦਿੱਤੀ, ਤੂੰ ਹੁਣ ਕਿਉਂ ਭਟਕੀ ਜਾ ਰਿਹਾ? ਕਿਉਂਕਿ ਭਜਨ ਬੰਦਗੀ ਨਹੀਂ ਕਰਨੀ। ਜਦੋਂ ਮਨੁੱਖ ਭਜਨ ਬੰਦਗੀ ਨਹੀਂ ਕਰਦਾ, ਇਹਦੇ ਅੰਦਰ ਬੇਅੰਤ ਇੱਛਾਵਾਂ ਪੈਦਾ ਹੋ ਜਾਂਦੀਆਂ ਨੇ। ਉਹ ਇੱਛਾਵਾਂ ਦੇ ਵਿੱਚ ਹੀ ਉਲਝ ਕੇ ਦੁਖੀ ਹੁੰਦਾ ਰਹਿੰਦਾ ਹੈ। ਜਦੋਂ ਭਜਨ ਬੰਦਗੀ ਕਰੇਗਾ ਨਾ, ਅਗਰ ਜਿੱਦੇ ਕਿਸੇ ਨੂੰ ਸੋਝੀ ਆ ਗਈ, ਵੈਸੇ ਔਖਾ ਕੰਮ ਹੈ, ਸੋਝੀ ਆਉਣਾ ਬਹੁਤ ਔਖਾ ਕੰਮ ਹੈ। ਪਰ ਜੇ ਕਿਸੇ ਨੂੰ ਸੋਝੀ ਆ ਗਈ ਤਾਂ ਉਹਦਾ ਮਨ ਪਤਾ ਕੀ ਕਹੇਗਾ, ਉਹ ਬੰਦਿਆ ਆਹ 2-4 ਕੱਪੜੇ ਪਾਉਣੇ ਨੇ, 2-4 ਰੋਟੀਆਂ ਖਾਣੀਆਂ, ਕਿਉਂ ਐਵੇਂ ਔਖਾ ਹੋਈ ਜਾਂਦੇ। ਉਹ ਤੋਂ ਬਾਅਦ ਫਿਰ ਆਨੰਦ ਹੀ ਆਨੰਦ ਹੈ। ਜਦੋਂ ਇੱਥੇ ਕੋਈ ਪਹੁੰਚ ਗਿਆ ਨਾ, ਉਹ ਬੰਦਿਆ ਆਹ 2-4 ਰੋਟੀਆਂ ਖਾਣੀਆਂ, 2-4 ਕੱਪੜੇ ਪਾਉਣੇ, ਕਿਉਂ ਔਖਾ ਹੋਈ ਜਾਂਦੇ, ਕਿਉਂ ਔਖਾ ਹੋਈ ਜਾਂਦੇ। ਫਿਰ ਔਖਾ ਹੋਣਾ ਬੰਦ ਹੋ ਜਾਏਗਾ ਅਤੇ ਆਨੰਦ ਨਾ ਰਹੇਗਾ। ਪਹੁੰਚਣਾ ਇੱਥੇ ਹੀ ਹੈ। ਆਖਰ ਮੂਲਿਆ ਬੱਚਿਆ ਤੂੰ ਹੱਟੀ ਬਹਿਣ। ਬਾਣੀਆਂ ਦਾ ਮੁੰਡਾ ਸੀ, ਘੁੰਮਦਾ ਫਿਰਦਾ ਰਹਿੰਦਾ ਸੀ। ਬਾਪ ਕਹਿੰਦਾ ਹੱਟੀ 'ਤੇ ਬੈਠਿਆ ਕਰ, ਬਹਿੰਦਾ ਨਹੀਂ। ਕਹਿੰਦਾ ਆਖਰ ਬੱਚਿਆ ਮੂਲਿਆ ਤੂੰ ਹੱਟੀ ਬਹਿਣ। ਅਖੀਰ ਨੂੰ ਤਾਂ ਹੱਟੀ 'ਤੇ ਬਹਿਣਾ ਪੈਣਾ। ਅਤੇ ਜੇ ਹੱਟੀ 'ਤੇ ਬਹਿਣਾ ਤਾਂ ਫਿਰ ਵੇਲੇ ਸਿਰ ਬਹਿ ਜਾਣਾ ਚਾਹੀਦਾ। ਫਿਰ ਵੇਲੇ ਸਿਰ ਬਾਣੀ ਪੜ੍ਹ ਕੇ ਆਪਣੇ ਅੰਦਰ ਅਕਲ ਪੈਦਾ ਕਰ ਲਓ ਅਤੇ ਆਨੰਦ ਨਾ ਰਹੋ। ਨਹੀਂ ਬਾਣੀ ਪੜ੍ਹੋਗੇ, ਨਹੀਂ ਜਾਪ ਕਰੋਗੇ, ਤੁਹਾਡੇ ਅੰਦਰ ਅਨੇਕਾਂ ਇੱਛਾਵਾਂ ਪੈਦਾ ਹੋਣਗੀਆਂ। ਉਹ ਪੂਰੀਆਂ ਨਹੀਂ ਹੋਣਾ ਅਤੇ ਤੁਸੀਂ ਮਰਨ ਤੱਕ ਦੁਖੀ ਹੋਈ ਜਾਣਾ, ਹੋਈ ਜਾਣਾ। ਇਸ ਲਈ ਗੁਰੂ ਮਹਾਰਾਜ ਕਹਿੰਦੇ, ਦੇਖੋ ਕਹਿੰਦੇ ਅਨੇਕਾਂ ਜੂਨੀਆਂ 'ਚ ਫਿਰ ਕੇ ਹੇ ਪਰਮਾਤਮਾ ਮੈਂ ਤੇਰੀ ਸ਼ਰਨ 'ਚ ਆ ਗਿਆ। ਨਾਨਕ ਕੀ ਬ੍ਰਹਮ ਬੇਨਤੀ ਆਪਣੀ ਭਗਤੀ ਲਾਏ। ਮੇਰੀ ਤੇਰੇ ਅੱਗੇ ਬੇਨਤੀ ਹੈ ਕਿ ਤੂੰ ਆਪਣੀ ਭਗਤੀ 'ਚ ਮੈਨੂੰ ਲਾ ਲੈ, ਭਾਵ ਮੈਂ ਤੇਰੀ ਭਗਤੀ ਕਰਿਆ ਕਰਾਂ।
ਅਸ਼ਟਪਦੀ। ਜਾਚਕ ਜਨ ਜਾਚੈ ਪ੍ਰਭਦਾਨ, ਕਰ ਕਿਰਪਾ ਦੇਵੋ ਹਰ ਨਾਮ। ਜਾਚਕ ਹੁੰਦਾ ਮੰਗਤਾ, ਯਾਚਨਾ ਕਰਨ ਵਾਲਾ। ਯਾਚਨਾ ਕਰਨ ਵਾਲੇ ਨੂੰ ਗੁਰੂ ਲਿਖਿਆ ਜਾਚਕ, ਮੰਗਤਾ। ਜਾਚਕ ਜਨ ਜਾਚੈ ਪ੍ਰਭਦਾਨ, ਕਹਿੰਦੇ ਜਿਹੜਾ ਮੰਗਤਾ ਹੈ ਨਾ, ਇੱਕ ਤੇ ਸੰਸਾਰੀ ਮੰਗਤਾ ਹੈ, ਇੱਕ ਭਜਨ ਬੰਦਗੀ ਕਰਨ ਵਾਲਾ ਵੀ ਮੰਗਦਾ। ਮੰਗਤਾ ਕੌਣ ਹੈ? ਜੋ ਕੁਛ ਮੰਗ ਰਿਹਾ, ਜਿਹੜਾ ਕੁਛ ਮੰਗ ਰਿਹਾ ਉਹ ਮੰਗਤਾ ਹੈ। ਸੰਸਾਰਿਕ ਚੀਜ਼ਾਂ ਮੰਗਦਾ ਹੈ ਤਾਂ ਵੀ ਮੰਗਤਾ ਹੈ, ਧਾਰਮਿਕ ਚੀਜ਼ਾਂ ਮੰਗਦਾ ਤਾਂ ਵੀ ਮੰਗਤਾ ਹੈ। ਜਿਹੜਾ ਇਹ ਨਾਲ ਆਤਾ ਜਨ, ਜਾਚਕ ਮੈਨੇ ਮੰਗਤਾ, ਤੇ ਜਨ ਦਾ ਪਰਮਾਤਮਾ ਦਾ ਸੇਵਕ। ਜਿਹੜਾ ਪਰਮਾਤਮਾ ਦਾ ਸੇਵਕ, ਮੰਗਤਾ ਜਿਹੜਾ ਪਰਮਾਤਮਾ ਦਾ ਸੇਵਕ ਹੁੰਦਾ ਨਾ, ਜਾਚੈ ਪ੍ਰਭ ਦਾਨ, ਉਹ ਪਰਮਾਤਮਾ ਨੂੰ ਹੀ ਦਾਨ ਦੇ ਤੌਰ 'ਤੇ ਮੰਗਦਾ ਹੈ। ਉਹ ਭਗਤੀ ਵੀ ਨਹੀਂ ਮੰਗਦਾ, ਉਹ ਤਾਂ ਹੈ ਪਰਮਾਤਮਾ ਬਸ ਤੂੰ ਹੀ ਮੈਨੂੰ ਦਾਨ 'ਚ ਮਿਲ ਜਾ। ਜਾਂ ਪਰਮਾਤਮਾ ਤੋਂ ਦਾਨ ਮੰਗਦਾ। ਕੀ ਮੰਗਦਾ? ਕਰ ਕਿਰਪਾ ਦੇਵੋ ਹਰ ਨਾਮ, ਹੇ ਪਰਮਾਤਮਾ ਕਿਰਪਾ ਕਰਕੇ ਮੈਨੂੰ ਆਪਣੇ ਨਾਮ ਦੀ ਦਾਤ ਬਖਸ਼ੋ। ਇਹ ਮੰਗਦਾ। ਧਾਰਮਿਕ ਮੰਗਤਾ ਜਿਹੜਾ ਹੈ ਉਹ ਪਰਮਾਤਮਾ ਤੋਂ ਦਾਨ ਮੰਗਦਾ ਹੈ, ਅਤੇ ਪਰਮਾਤਮਾ ਨੇ ਕਰ ਕਿਰਪਾ ਦੇਵੋ ਹਰ ਨਾਮ, ਕਿਰਪਾ ਕਰਕੇ ਮੈਨੂੰ ਆਪਣੇ ਨਾਮ ਦੀ ਦਾਤ ਦਿਓ ਵੀ ਮੈਂ ਤੁਹਾਡਾ ਨਾਮ ਜਪਾਂ। ਸਾਧ ਜਨਾ ਕੀ ਮੰਗੋ ਧੂਰ, ਹੁਣ ਨਾਮ ਦੀ ਮੰਗ ਕੀਤੀ ਹੈ। ਫਿਰ ਜਦੋਂ ਨਾਮ ਦੀ ਮੰਗ ਕੀਤੀ ਹੈ ਤਾਂ ਨਾਮ ਨਾਲ ਫਿਰ ਜਿਹੜੇ ਸੰਬੰਧਿਤ ਲੋਕ ਨੇ ਉਹਨਾਂ ਦੀ ਗੱਲ ਜ਼ਰੂਰ ਆਏਗੀ। ਅਰ ਕਹਿੰਦਾ ਤੈਨੂੰ ਨਾਮ ਦਿੱਤਾ, ਇਹ ਜੀ ਕਿਵੇਂ ਜਪਾਂ? ਉਹ ਕਹਿੰਦੇ ਸਾਧੂ ਦੀ ਸੰਗਤ ਕਰ, ਸਾਧੂ ਦੀ ਗੁਰੂ ਦੀ ਸੰਗਤ ਕਰ, ਉਸ ਸੰਗਤ 'ਚ ਬੈਠ ਕੇ ਨਾਮ ਜਪਿਆ ਕਰ। ਇਸ ਲਈ ਕਹਿੰਦੇ ਨੇ ਸਾਧ ਜਨਾ ਕੀ ਮੰਗੋ ਧੂਰ, ਪਾਰ ਬ੍ਰਹਮ ਮੇਰੀ ਸ਼ਰਧਾ ਪੂਰ। ਮੈਂ ਤੇਰੇ ਸਾਧੂਆਂ ਦੀ ਚਰਨ ਧੂੜ ਮੰਗਦਾ ਹਾਂ। ਮੰਗੋ ਮੰਗਦਾ ਹਾਂ, ਮੰਗੋ ਮੰਗੋ। ਜੇ ਇਕੱਲੇ ਔਂਕੜ ਬੋਲੋਗੇ ਤਾਂ ਅਰਥ ਹੈ ਮੰਗੋ, ਵੀ ਤੁਸੀਂ ਮੰਗੋ। ਮੰਗੋ ਮੈਂ ਮੰਗਦਾ ਹਾਂ, ਸਾਧ ਜਨਾ ਕੀ ਮੰਗੋ ਧੂਰ, ਮੈਂ ਸਾਧੂਆਂ ਦੇ ਚਰਨ ਧੂੜ ਮੰਗਦਾ ਹਾਂ। ਜਾਚਕ ਹੈ ਨਾ, ਮੰਗਤਾ ਮੰਗ ਰਿਹਾ। ਹੁਣ ਇੱਕ ਤੇ ਮੰਗਿਆ ਵੀ ਮੈਨੂੰ ਨਾਮ ਦਿਓ, ਫਿਰ ਮੰਗਿਆ ਵੀ ਮੈਨੂੰ ਸਾਧੂਆਂ ਦੀ ਚਰਨ ਧੂੜ ਦਿਓ। ਪਾਰ ਬ੍ਰਹਮ ਮੇਰੀ ਸ਼ਰਧਾ ਪੂਰ, ਹੇ ਪਰਮਾਤਮਾ ਮੇਰੀ ਇੱਛਾ ਮੇਰੀ ਭਾਵਨਾ ਪੂਰੀ ਕਰ। ਸ਼ਰਧਾ ਇੱਛਾ ਜਾਂ ਭਾਵਨਾ। ਹਾਲਾਂਕਿ ਕਿਸ ਭਾਵਨਾ ਨਾਲ ਤੁਸੀਂ ਗੁਰਦੁਆਰੇ ਆਏ ਹੋ ਜੀ? ਕਿਸ ਭਾਵਨਾ ਨਾਲ ਆਏ ਹੋ? ਵੀ ਕੀ ਸ਼ਰਧਾ ਮਨ 'ਚ ਰੱਖ ਕੇ ਆਏ ਹੋ? ਪਾਰ ਬ੍ਰਹਮ, ਹੇ ਪਰਮਾਤਮਾ ਮੇਰੀ ਸ਼ਰਧਾ ਮੇਰੀ ਸ਼ਰਧਾ ਪੂਰੀ ਕਰ, ਮੇਰੀ ਇੱਛਾ ਪੂਰੀ ਕਰ। ਸਦਾ ਸਦਾ ਪ੍ਰਭ ਕੇ ਗੁਣ ਗਾਵੂੰ, ਸਾਥ ਸਾਥ ਪ੍ਰਭ ਤੁਮੈ ਧਿਆਵੂੰ। ਮੈਂ ਸਦਾ ਹੀ ਪਰਮਾਤਮਾ ਦੇ ਗੁਣ ਗਾਉਂਦਾ ਰਹਾਂ, ਗਾਵਾਂ ਗਾਉਂਦਾ ਰਹਾਂ। ਸਾਸ ਸਾਸ ਸਵਾਸ ਸਵਾਸ ਪ੍ਰਭ ਹੇ ਪਰਮਾਤਮਾ ਤੁਮੈ ਧਿਆਵਾਂ। ਮੈਂ ਸਵਾਸ ਸਵਾਸ ਤੁਹਾਨੂੰ ਧਿਆਵਾਂ, ਤੁਹਾਡਾ ਨਾਮ ਜਪਾਂ। ਮੈਂ ਸਦਾ ਤੁਹਾਡੇ ਗੁਣ ਗਾਵਾਂ, ਸਦਾ ਹੀ ਤੁਹਾਡਾ ਨਾਮ ਜਪਾਂ। ਚਰਨ ਕਮਲ ਸਿਉ ਲਾਗੈ ਪ੍ਰੀਤ, ਭਗਤ ਕਰੋ ਪ੍ਰਭ ਕੀ ਨਿਤ ਨੀਤ। ਪਰਮਾਤਮਾ ਦੇ ਚਰਨ ਕਮਲਾਂ ਨਾਲ ਮੇਰੀ ਪ੍ਰੀਤ ਲੱਗ ਜਾਵੇ। ਇੱਛਾ ਮੰਗ ਰਿਹਾ ਨਾ, ਪਰਮਾਤਮਾ ਦੇ ਚਰਨ ਕਮਲ ਪਾ, ਪਰਮਾਤਮਾ ਦਾ ਨਾਮ। ਪਰਮਾਤਮਾ ਦੇ ਨਾਮ ਸਿਉ ਹੁੰਦਾ ਨਾਲ,
ਪਰਮਾਤਮਾ ਦੇ ਨਾਮ ਨਾਲ ਮੇਰੀ ਪ੍ਰੀਤ ਲੱਗ ਜੇ, ਪਿਆਰ ਪੈ ਜੇ। ਭਗਤ ਕਰੋ ਪ੍ਰਭ ਕੀ ਨਿਤ ਨੀਤ, ਨਿਤ ਨੀਤ ਮੈਨੇ ਹਮੇਸ਼ਾ, ਮੈਂ ਹਮੇਸ਼ਾ ਹੀ ਪਰਮਾਤਮਾ ਦੀ ਭਜਨ ਬੰਦਗੀ ਕਰਾਂਗਾ, ਉਹਦੀ ਭਜਨ ਬੰਦਗੀ ਕਰਾਂਗਾ। ਏਕ ਓਟ ਏਕੋ ਆਧਾਰ, ਨਾਨਕ ਮੰਗੈ ਨਾਮ ਪ੍ਰਭ ਸਰ। ਕਹਿੰਦੇ ਮੈਨੂੰ ਤਾਂ ਉਸ ਇੱਕ ਪਰਮਾਤਮਾ ਦੀ ਹੀ ਓਟ ਹੈ, ਮੈਨੂੰ ਉਸ ਇੱਕੋ ਪਰਮਾਤਮਾ ਦਾ ਹੀ ਆਧਾਰ ਆਸਰਾ ਹੈ। ਨਾਨਕ ਮੰਗੈ ਨਾਮ ਪ੍ਰਭ ਸਰ। ਜਦੋਂ ਨਾਨਕ ਕੱਕੇ ਨੂੰ ਔਂਕੜ ਆ ਜੇ ਨਾ, ਫਿਰ ਗੁਰੂ ਮਹਾਰਾਜ ਕਹਿੰਦੇ ਮੈਂ ਮੰਗਦਾ ਹਾਂ। ਜੇ ਨਾਨਕ ਵੈਸੇ ਆਏ ਫਿਰ ਆਪਾਂ ਕਹਿੰਦੇ ਹੇ ਭਾਈ ਇਸ ਤਰ੍ਹਾਂ ਕਰੋ। ਜਦੋਂ ਔਂਕੜ ਆ ਜੇ, ਇਹ ਫਸਟ ਪਰਸਨ 'ਚ ਹੋ ਜਾਂਦਾ। ਨਾਨਕ ਮੰਗੈ ਨਾਮ ਪ੍ਰਭ ਸਰ। ਨਾਨਕ ਪਾ ਗੁਰੂ ਮਹਾਰਾਜ ਕਹਿੰਦੇ ਮੈਂ ਪਰਮਾਤਮਾ ਤੋਂ ਨਾਮ ਮੰਗਦਾ ਹਾਂ। ਸਾਰ ਹੁੰਦਾ ਉੱਤਮ ਸ੍ਰੇਸ਼ਟ। ਕਹਿੰਦੇ ਮੈਂ ਪਰਮਾਤਮਾ ਤੋਂ ਉਹਦਾ ਸ੍ਰੇਸ਼ਟ ਨਾਮ ਮੰਗਦਾ ਹਾਂ। ਨਾਮ ਦੀ ਮੰਗ ਕੀਤੀ ਹੈ, ਕਿਉਂਕਿ ਪਰਮਾਤਮਾ ਨਾਲ ਮਿਲਣਾ ਹੈ। ਪਰਮਾਤਮਾ ਨਾਲ ਮਿਲਣ ਲਈ ਉਹਦੇ ਨਾਮ ਦਾ ਜਾਪ ਜ਼ਰੂਰੀ ਹੈ। ਤੁਸੀਂ ਕਹੋਗੇ ਉਹਦੇ ਨਾਮ ਜਪਣ ਨਾਲ ਕੀ ਹੋ ਜਾਏਗਾ? ਅਸੀਂ ਉਹਦੇ ਵਰਗੇ ਹੋਈ ਜਾਵਾਂਗੇ। ਜੈਸਾ ਸੇਵੈ ਤੈਸੋ ਹੋਵੇ। ਜਿਹੋ ਜਿਹੀ ਦੀ ਸੇਵਾ ਕਰਦਾ ਬੰਦਾ ਉਹੋ ਜਿਹਾ ਹੋ ਜਾਂਦਾ, ਜਿਹੋ ਜਿਹੇ ਨੂੰ ਯਾਦ ਕਰਦਾ ਰਹਿੰਦਾ ਉਹੋ ਜਿਹਾ ਹੋ ਜਾਂਦਾ। ਸਿਮਰਨ ਕਰ ਕਰਕੇ ਅਸੀਂ ਪਰਮਾਤਮਾ ਨੂੰ ਯਾਦ ਕਰਦੇ ਹਾਂ। ਜਿਉਂ-ਜਿਉਂ ਪਰਮਾਤਮਾ ਨੂੰ ਯਾਦ ਕਰੀ ਜਾਵਾਂਗੇ, ਹੌਲੀ ਹੌਲੀ ਪਰਮਾਤਮਾ ਵਰਗੇ ਹੋਈ ਜਾਵਾਂਗੇ। ਜਦੋਂ ਉਹਦੇ ਵਰਗੇ ਹੋ ਜਾਵਾਂਗੇ, ਸਾਡੀ ਉਹਦੇ ਨਾਲ ਬਣ ਆ ਜਾਏਗੀ। ਬਸ ਹੁਣ ਤਾਂ ਸਾਡੀ ਟੁੱਟ ਫੁੱਟ ਹੋਈ ਉਹਦੇ ਨਾਲ। ਕਿਉਂ? ਅਸੀਂ ਉਹਦੇ ਵਰਗੇ ਹੀ ਨਹੀਂ ਰਹੇ। ਉਹ ਸਾਨੂੰ ਕਹਿੰਦਾ ਰਿਹਾ, ਅਸੀਂ ਉਹਦੀ ਮੰਨੀ ਨਹੀਂ ਹੈ, ਇਸ ਲਈ ਅਸੀਂ ਤੋਂ ਦੂਰ ਹੋ ਗਏ। ਹੁਣ ਸਾਨੂੰ ਅਕਲ ਆਈ ਹੈ ਕਿ ਪਰਮਾਤਮਾ ਤੋਂ ਦੂਰ ਹੋ ਕੇ ਤਾਂ ਦੁੱਖ ਹੀ ਦੁੱਖ ਹੈ, ਕਿਉਂਕਿ ਵਿਛੋੜੇ ਵਿੱਚ ਹਮੇਸ਼ਾ ਦੁੱਖ ਹੁੰਦਾ। ਅਸੀਂ ਆਪਣੇ ਲੱਛਣਾਂ ਕਾਰਨ ਪਰਮਾਤਮਾ ਤੋਂ ਵਿਛੜ ਗਏ ਹਾਂ। ਉਹਦੀ ਗੱਲ ਹੀ ਨਹੀਂ ਮੰਨੀ, ਉਹਦੀ ਗੱਲ ਹੀ ਨਹੀਂ ਮੰਨੀ। ਨਤੀਜਾ ਕੀ ਨਿਕਲਿਆ? ਜਿਵੇਂ ਪਤਨੀ ਘਰ ਵਾਲੇ ਦੀ ਨਾ ਗੱਲ ਮੰਨੇ ਅਤੇ ਉਹ ਕਹਿੰਦਾ ਆਪਣਾ ਟਿੰਡ ਫੋੜੀ ਚੱਕ ਮੇਰੇ ਘਰ 'ਚ ਬਾਹਰ ਨਿਕਲ, ਕੱਢ ਦਿੰਦਾ ਅਗਲਾ, ਚੱਪਾ ਜੇ ਪੇਕੇ ਨੂੰ ਚੱਲ ਜਿਸ ਮਰਜ਼ੀ ਚਲੇ ਜਾ। ਫਿਰ ਦੇਖੋ ਕਿੰਨਾ ਔਖਾ ਫਿਰ, ਕਿਉਂ? ਵਿਛੋੜਾ ਪੈ ਗਿਆ ਨਾ। ਵਿਛੋੜੇ 'ਚ ਹਮੇਸ਼ਾ ਦੁੱਖ ਹੁੰਦਾ, ਮਿਲਾਪ ਦੇ ਵਿੱਚ ਸੁੱਖ ਹੁੰਦਾ। ਅਸੀਂ ਕਿਉਂ ਦੁਖੀ ਹਾਂ? ਅਸੀਂ ਉਸ ਤੋਂ ਵਿਛੜੇ ਹੋਏ ਹਾਂ। ਪਰ ਸਮੱਸਿਆ ਇਹ ਹੈ ਕਿ ਸਾਨੂੰ ਪਤਾ ਹੀ ਨਹੀਂ। ਦੇਖੋ, ਦੁੱਖ ਤਾਂ ਦੂਰ ਹੁੰਦਾ ਜੇ ਦੁੱਖ ਦੇ ਕਾਰਨ ਦਾ ਪਤਾ ਹੋਵੇ। ਸਪੋਜ਼ ਮੇਰੀ ਢਿੱਡ ਪੀੜ ਹੋ ਰਹੀ ਹੈ, ਜਿੰਨਾ ਚਿਰ ਡਾਕਟਰ ਨੂੰ ਢਿੱਡ ਪੀੜ ਦੇ ਕਾਰਨ ਦਾ ਨਹੀਂ ਨਾ ਪਤਾ ਲੱਗਦਾ, ਉਹ ਮੇਰੀ ਢਿੱਡ ਪੀੜ ਦੂਰ ਨਹੀਂ ਕਰ ਸਕਦਾ। ਜਦੋਂ ਉਹਨੂੰ ਕਾਰਨ ਦਾ ਪਤਾ ਲੱਗ ਗਿਆ, ਫਿਰ ਦਵਾਈ ਦੇ ਕੇ ਉਸ ਕਾਰਨ ਨੂੰ ਦੂਰ ਕਰ ਦਿੰਦਾ ਹੈ, ਢਿੱਡ ਪੀੜ ਹਟ ਜਾਂਦੀ ਹੈ। ਸਾਨੂੰ ਇਹੀ ਨਹੀਂ ਸਮਝ ਆ ਰਹੀ ਕਿ ਦੁੱਖ ਕਿਉਂ ਹੈ। ਪਰਮਾਤਮਾ ਕਹਿੰਦਾ ਤੁਸੀਂ ਮੇਰੀ ਗੱਲ ਨਹੀਂ ਮੰਨੀ, ਮੈਂ ਤੁਹਾਨੂੰ ਆਪਣੇ ਘਰੋਂ ਕੱਢ ਦਿੱਤਾ ਹੈ, ਤੁਸੀਂ ਮੇਰੇ ਤੋਂ ਦੂਰ ਹੋ ਗਏ ਹੋ। ਦੂਰ ਹੋਣ ਕਰਕੇ ਤੁਸੀਂ ਆਪਣੀ ਮਰਜ਼ੀ ਕੀਤੀ, ਤੁਸੀਂ ਆਪਣੀ ਮਰਜ਼ੀ ਕੀਤੀ, ਇਸ ਲਈ ਤੁਸੀਂ ਗਲਤ ਕੰਮ ਕੀਤੇ। ਕਿਉਂਕਿ ਤੁਸੀਂ ਗਲਤ ਕੰਮ ਕੀਤੇ, ਇਸ ਲਈ ਉਹਦਾ ਦੁੱਖ ਭੋਗੋ। ਸੋ ਵੇ ਜੀਆ ਆਪਣਾ ਕੀਆ। ਕਹਿੰਦੇ ਨੇ ਹੇ ਜਿੰਦੇ, ਜੋ ਤੂੰ ਕੀਤਾ ਨਾ ਉਸ ਨੂੰ ਹੁਣ ਸਹਿਣ ਕਰ। ਹੁਣ ਚੀਂਫੀ ਕਰ, ਹੁਣ ਕੀਤਾ ਉਹਨੂੰ ਸਹਿਣ ਕਰੋ। ਇਸ ਲਈ ਜਿਉਂ-ਜਿਉਂ ਬਾਣੀ ਪੜ੍ਹ ਕੇ ਸਾਨੂੰ ਸੋਝੀ ਆਈ ਜਾਵੇਗੀ ਕਿ ਉਹ ਦੁੱਖ ਤਾਂ ਉਦੋਂ ਸ਼ੁਰੂ ਹੋਏ ਜਦੋਂ ਅਸੀਂ ਪਰਮਾਤਮਾ ਤੋਂ ਅੱਡ ਹੋ ਗਏ। ਇਹ ਹੁਣ ਸੋਝੀ ਆ ਗਈ ਹੈ ਵੀ ਜੇ ਪਰਮਾਤਮਾ ਨਾਲ ਮੇਲ ਹੋਵੇਗਾ ਤਾਂ ਸੁੱਖ ਹੋਵੇਗਾ।
ਤੇ ਆ ਮੇਲ ਦਾ ਢੰਗ ਹੈ ਸਤ ਸੰਗਤ ਕਰਨਾ, ਬਾਣੀ ਪੜ੍ਹਨਾ, ਨਾਮ ਜਪਣਾ ਤੇ ਸ਼ੁਭ ਕਰਮ ਕਰਨਾ। ਜਦੋਂ ਮਨੇਖੇ ਚਾਰੇ ਕੰਮ ਕਰਦਾ, ਸਤ ਸੰਗਤ ਕਰਦਾ, ਬਾਣੀ ਪੜ੍ਹਦਾ, ਨਾਮ ਜਪਦਾ, ਸ਼ੁਭ ਕਰਮ ਕਰਦਾ, ਸਮਝੋ ਪਰਮਾਤਮਾ ਵੱਲ ਨੂੰ ਤੁਰ ਪਿਆ। ਤੇ ਜੇ ਬੰਦਾ ਪਰਮਾਤਮਾ ਵੱਲ ਨੂੰ ਤੁਰੇ ਹੀ ਰਹੇ, ਤੁਰੇ ਹੀ ਰਹੇ, ਤੁਰੇ ਹੀ ਰਹੇ, ਤੇ ਇੱਕ ਦਿਨ ਪਰਮਾਤਮਾ ਤੱਕ ਪਹੁੰਚ ਜਾਏਗਾ। ਜਦੋਂ ਉਹਦੇ ਨਾਲ ਮੇਲ ਹੋ ਜਾਏਗਾ, ਜਿੰਨੇ ਜਨਮਾਂ ਤੱਕ ਦੁੱਖ ਭੋਗੇ ਸੰਸਾਰੀ ਖਤਮ ਹੋ ਜਾਣਗੇ। ਫਿਰ ਆਨੰਦ ਹੀ ਆਨੰਦ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਜਦੋਂ ਪਰਮਾਤਮਾ ਨੂੰ ਪਾ ਲਿਆ, ਉਹਦੇ ਬਾਅਦ ਆਨੰਦ ਹੀ ਆਨੰਦ ਹੈ। ਅਸੀਂ ਉਸ ਤੋਂ ਵਿਛੜੇ ਹੋਏ ਹਾਂ। ਵਿਛੜੇ ਕਿਉਂ? ਅਸੀਂ ਉਹਦਾ ਹੁਕਮ ਨਹੀਂ ਮੰਨਦੇ। ਅਸੀਂ ਉਹਦਾ ਹੁਕਮ ਨਹੀਂ ਮੰਨਦੇ। ਐਡਮ ਐਂਡ ਈਵ ਨੇ ਵੀ ਪਰਮਾਤਮਾ ਦਾ ਜਿੰਨਾ ਚਿਰ ਹੁਕਮ ਮੰਨਿਆ, ਉਹ ਆਨੰਦ 'ਚ ਰਹੇ। ਜਦੋਂ ਉਹਨਾਂ ਨੇ ਹੁਕਮ ਨਹੀਂ ਮੰਨਿਆ, ਪਰਮਾਤਮਾ ਨੂੰ ਮਾਰਿਆ ਧੱਕਾ ਅਤੇ ਆਪਣੇ ਤੋਂ ਦੂਰ ਕਰ ਤੱਕ ਜੋ ਦਫਾਓ ਕਰੀ ਜਾਓ, ਭਰੀ ਜਾਓ, ਕਰੀ ਜਾਓ, ਭਰੀ ਜਾਓ। ਅਸੀਂ ਵੀ ਹੁਣ ਕਰ ਰਹੇ ਹਾਂ, ਭਰ ਰਹੇ ਹਾਂ। ਪਰ ਹੁਣ ਮਨ ਦੇ ਆਖੇ ਲੱਗ ਕੇ ਕਰ ਰਹੇ ਹਾਂ, ਅਤੇ ਮਨ ਸਾਡੇ ਤੋਂ ਗਲਤ ਮਲਤ ਕਰਾ ਰਿਹਾ ਹੈ। ਇਸ ਲਈ ਅਸੀਂ ਦੁੱਖ ਅਜੇ ਤੱਕ ਭਰੀ ਹੋਈ ਜਾਂਦੇ, ਭੋਗੀ ਜਾਂਦੇ। ਇਸ ਲਈ ਗੁਰੂ ਮਹਾਰਾਜ ਬੇਨਤੀ ਕਰਦੇ ਨੇ, ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ। ਦ੍ਰਿਸ਼ਟ ਕਿਰਪਾ ਦ੍ਰਿਸ਼ਟੀ, ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਨਾਲ ਮਹਾ ਸੁਖ ਹੈ। ਪੂਰਾ ਸ਼ਬਦ ਹੈ ਮਹਾਨ। ਜਿਵੇਂ ਮਹਾਰਾਜਾ, ਮਹਾ ਮੈਨੇ ਵੱਡਾ, ਪੂਰਾ ਸ਼ਬਦ ਹੈ ਮਹਾਨ, ਮਹਾਨ ਰਾਜਾ। ਇਸ ਤਰ੍ਹਾਂ ਮਹਾ ਦੁੱਖ, ਮਹਾਨ ਦੁੱਖ, ਵੱਡਾ ਦੁੱਖ। ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ। ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਨਾਲ ਬਹੁਤ ਵੱਡੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਹਰ ਰਸ ਪਾਵੈ ਬਿਰਲਾ ਕੋਇ, ਪਰ ਕਿਸੇ ਵਿਰਲੇ ਟਾਵੇਂ ਨੂੰ ਇਸ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਇਹ ਵਿਰਲੇ ਟਾਵੇਂ ਨੂੰ ਹੁੰਦੀ ਹੈ। ਜਿਨ ਚਾਖਿਆ ਸੇ ਜਨ ਤ੍ਰਿਪਤਾਨੇ, ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਰਸ ਨੂੰ ਚਖ ਲਿਆ ਨਾ, ਉਹ ਜਨ, ਉਹ ਸੇਵਕ ਤ੍ਰਿਪਤਾਨੇ, ਤ੍ਰਿਪਤ ਹੋ ਗਏ, ਰੱਜ ਗਏ, ਉਹ ਸੰਤੁਸ਼ਟ ਹੋ ਗਏ, ਉਹਨਾਂ ਨੂੰ ਰੱਜ ਆ ਗਿਆ। ਨਾਮ ਰਸ ਨੂੰ ਚਖਿਆ ਹੈ, ਅੰਦਰੋਂ ਤ੍ਰਿਸ਼ਨਾਵਾਂ ਹੀ ਮੁੱਕ ਗਈਆਂ ਨੇ, ਮਨ ਨੂੰ ਰੱਜ ਆ ਗਿਆ। ਜਦੋਂ ਕੋਈ ਬੰਦਾ ਰੱਜ ਜੇ, ਉਹਦੇ ਅੱਗੇ ਫਿਰ ਰੋਟੀ ਲਿਆ ਕੇ ਰੱਖੋ, ਨਹੀਂ ਖਾਂਦਾ ਉਹ, ਕਹਿੰਦਾ ਭਾਈ ਮੈਂ ਤਾਂ ਰੱਜ ਗਿਆ। ਕਈ ਵਾਰੀ ਜਦੋਂ ਬੰਦਾ ਰੱਜ ਜਾਂਦਾ, ਦੋ ਚਾਰ ਬੁਰਕੀਆਂ ਥਾਲੀ 'ਚ ਰਹਿੰਦੀਆਂ, ਉਹ ਵੀ ਨਹੀਂ ਖਾਂਦੀਆਂ, ਉਹ ਵੀ ਨਹੀਂ ਖਾ ਹੁੰਦੀਆਂ, ਰੱਜ ਗਿਆ। ਪਰ ਜਿਹੜਾ ਰੋਟੀਆਂ ਨਾਲ ਰੱਜਣਾ, ਇਹ ਤਾਂ ਘੰਟੇ 2 ਘੰਟੇ ਫਿਰ ਭੁੱਖ ਲੱਗ ਆਉਂਦੀ ਹੈ। ਪਰ ਜਿਹਨੂੰ ਨਾਮ ਨਾਲ ਰੱਜ ਆ ਜਾਏ ਨਾ, ਉਹ ਮੁੜ ਕੇ ਭੁੱਖਾ ਹੁੰਦਾ ਹੀ ਨਹੀਂ ਹੈ। ਉਹ ਤ੍ਰਿਪਤ ਹੋ ਜਾਂਦਾ, ਉਹ ਸੰਤੁਸ਼ਟ ਹੋ ਜਾਂਦਾ। ਪੂਰਨ ਪੁਰਖ ਨਹੀਂ ਡੋਲਾਣੇ, ਕਿਉਂਕਿ ਉਹਨੇ ਪਰਮਾਤਮਾ ਦੇ ਨਾਮ ਰਸ ਨੂੰ ਚਖ ਲਿਆ ਹੈ। ਹੁਣ ਉਹ ਕੀ ਹੋ ਗਿਆ? ਪੂਰਨ ਪੁਰਖ ਹੋ ਗਿਆ। ਹੁਣ ਉਹਦਾ ਮਨ ਨਹੀਂ ਡੋਲਦਾ। ਪੂਰਨ ਪੁਰਖ ਨਹੀਂ ਡੋਲਾਣੇ। ਜਿਹੜੇ ਪੂਰਨ ਪੁਰਖ ਹੋ ਜਾਂਦੇ ਨੇ, ਫਿਰ ਉਹ ਡੋਲਦੇ ਨਹੀਂ, ਕਿਉਂਕਿ ਪੂਰਨ ਕਬੂ ਨਾ ਡੋਲਤਾ, ਪੂਰਾ ਕੀਆ ਪ੍ਰਭ ਆਪ। ਪਰਮਾਤਮਾ ਜਿਸ ਨੂੰ ਪੂਰਨ ਕਰ ਦਿੰਦੇ ਨਾ, ਫਿਰ ਉਹ ਡੋਲਦਾ ਨਹੀਂ ਹੈ। ਘੜਾ ਊਣਾ ਹੋਵੇ, ਉੱਤੋਂ 4 ਇੰਚ ਪਾਣੀ ਨੀਵਾਂ ਹੈ, ਤੁਸੀਂ ਸਿਰ 'ਤੇ ਰੱਖੋ, ਜੇ ਤੁਸੀਂ ਤੁਰੋਗੇ ਘੜਾ ਡੋਲੇਗਾ, ਕਿਉਂ 'ਚ ਪਾਣੀ ਹਿੱਲੇਗਾ। ਜੇ ਉਹਨੂੰ ਨੱਕੋ ਨੱਕ ਭਰ ਦਿਓ, ਫਿਰ ਨਹੀਂ ਡੋਲਦਾ, ਕਿਉਂ ਭਰੇ ਨੇ ਕੀ ਥਾਂ ਹੀ ਨਹੀਂ ਹਿੱਲਣ ਨੂੰ। ਹਿੱਲਣ ਲਈ ਥਾਂ ਚਾਹੀਦੀ ਨਾ। ਮੰਨ ਲਓ ਆ 100 ਬੰਦੇ ਦੀ ਥਾਂ ਹੈ ਬੈਠਣ ਨੂੰ, ਇੱਥੇ 200 ਆ ਕੇ ਬਹਿ ਜੇ, ਫਿਰ ਕਿਵੇਂ ਹਿੱਲੋਗੇ? ਹਿੱਲਣ ਲਈ ਥਾਂ ਹੀ ਨਹੀਂ ਕੋਈ ਬਚੀ। ਭਰਿਆ ਹੁੰਦਾ ਜਿਹੜਾ, ਉਹ ਨਹੀਂ ਡੋਲਿਆ ਕਰਦਾ। ਅਸੀਂ ਅਧੂਰੇ ਹਾਂ, ਇਸ ਲਈ ਡੋਲਦੇ ਰਹਿੰਦੇ ਹਾਂ। ਜਦੋਂ ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ, ਫਿਰ ਅਸੀਂ ਪੂਰਨ ਹੋ ਜਾਵਾਂਗੇ। ਫਿਰ ਜਿੰਨਾ ਸਮਾਂ ਜੀਵਾਂਗੇ, ਫਿਰ ਮਨ ਡੋਲੇਗਾ ਨਹੀਂ। ਪੂਰਨ ਪੁਰਖ ਨਹੀਂ ਡੋਲਾਣੇ,
ਅੱਗੇ ਕਹਿੰਦੇ ਸੁਭਰ ਪਰੇ ਪ੍ਰੇਮ ਰਸ ਰੰਗ, ਉਪਜੈ ਚਾਉ ਸਾਧ ਕੈ ਸੰਗ। ਸੁਭਰ ਪਰੇ, ਸੁਭਰ ਪੂਰੀ ਤਰ੍ਹਾਂ ਭਰੇ ਹੋਏ, ਪ੍ਰੇਮ ਰਸ ਰੰਗ, ਪਰਮਾਤਮਾ ਦੇ ਪਿਆਰ ਰਸ ਰੰਗ ਨਾਲ। ਕਿਉਂਕਿ ਜਦੋਂ ਆਪਾਂ ਨਾਮ ਜਪਦੇ ਨਾ, ਨਾਮ ਦਾ ਆਪਾਂ ਨੂੰ ਰੰਗ ਚੜ੍ਹਦਾ, ਨਾਮ ਦਾ ਰੰਗ ਚੜ੍ਹਦਾ। ਕੋਈ ਤੁਸੀਂ ਸੰਗਤ ਕਰਦੇ ਹੋ, ਸੰਗਤ ਦਾ ਵੀ ਤੁਹਾਡੇ 'ਤੇ ਰੰਗ ਚੜ੍ਹਦਾ। ਜੈਸੀ ਸੰਗਤ ਵੈਸੀ ਰੰਗਤ, ਸੰਗਤ ਦਾ ਵੀ ਰੰਗ ਚੜ੍ਹਦਾ ਹੈ। ਭੈੜਿਆਂ ਦੀ ਸੰਗਤ ਕਰੋ, ਭੈੜਾ ਰੰਗ ਚੜ੍ਹੇਗਾ। ਚੰਗਿਆਂ ਦੀ ਸੰਗਤ ਕਰੋ, ਚੰਗਾ ਰੰਗ ਚੜ੍ਹੇਗਾ। ਜਿਹਦੀ ਚੰਗੀ ਕਿਸਮਤ ਹੁੰਦੀ ਉਹਨੂੰ ਸਤ ਸੰਗਤ ਪ੍ਰਾਪਤ ਹੁੰਦੀ, ਜਿਹੜੀ ਬਦ ਕਿਸਮਤ ਹੁੰਦਾ ਉਹਨੂੰ ਭੈੜੇ ਲੋਕਾਂ ਦੀ ਸੰਗਤ ਪ੍ਰਾਪਤ ਹੋ ਜਾਂਦੀ, ਕਿਉਂਕਿ ਹੈ ਹੀ ਉਹ ਬਦ ਕਿਸਮਤੀ ਲਿਖਾ ਕੇ ਲਿਆਇਆ ਸੀ। ਅਤੇ ਬਦ ਕਿਸਮਤੀ ਤਾਂ ਹੀ ਭੋਗੇ ਜੇ ਭੈੜਿਆਂ ਦੀ ਬਦ ਕਿਸਮਤ ਦੀ ਸੰਗਤ ਕਰੇਗਾ। ਬਦ ਕਿਸਮਤਾਂ ਦੀ ਸੰਗਤ ਕਰਕੇ ਬਸ ਬਦ ਕਿਸਮਤ ਹੀ ਹੋਣਾ। ਸੰਗਤ ਕਰਨੇ ਦੇ ਖੁਸ਼ਕਿਸਮਤ ਵਾਲੇ ਦੀ ਕਰੋ, ਅਤੇ ਗੁਰੂ ਤੋਂ ਉੱਪਰ ਹੋਰ ਕੋਈ ਖੁਸ਼ਕਿਸਮਤ ਨਹੀਂ ਹੁੰਦਾ। ਇਸ ਲਈ ਗੁਰੂ ਦੀ ਸੰਗਤ ਕਰੋ। ਅਤੇ ਸਾਡਾ ਗੁਰੂ ਹੁਣ ਕੌਣ ਹੈ? ਬਾਣੀ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ। ਇਸ ਲਈ ਬਾਣੀ ਦੀ ਸੰਗਤ ਕਰੋ। ਬਾਣੀ ਪੜ੍ਹੋ, ਬਾਣੀ ਦੀ ਵਿਚਾਰ ਕਰੋ। ਜਦੋਂ ਤੁਸੀਂ ਬਾਣੀ ਨੂੰ ਧਿਆਨ ਨਾਲ ਪੜ੍ਹੀ ਜਾਓਗੇ, ਫਿਰ ਉਹਦੇ ਅਰਥ ਸਮਝਣ ਦੀ ਕੋਸ਼ਿਸ਼ ਕਰੋਗੇ, ਤੁਹਾਡਾ ਧਿਆਨ ਨਾ ਬਾਣੀ 'ਚ ਰਹੇਗਾ। ਜਦ ਆਪਾਂ ਬਾਣੀ ਨੂੰ ਅਰਥਾਂ ਸਮੇਤ ਪੜ੍ਹਦੇ ਹਾਂ ਨਾ, ਉਹ 'ਚ ਬੜਾ ਆਨੰਦ ਹੈ। ਇੱਧਰ ਉੱਧਰ ਧਿਆਨ ਨਹੀਂ ਜਾਂਦਾ, ਬਾਣੀ ਵੱਲ ਹੀ ਧਿਆਨ ਰਹਿੰਦਾ ਹੈ। ਜਿੰਨਾ ਜ਼ਿਆਦਾ ਧਿਆਨ ਹੋਏਗਾ ਉਨੀ ਜ਼ਿਆਦਾ ਪ੍ਰਾਪਤੀ ਹੋਵੇਗੀ। ਧਿਆਨ ਹੀ ਨਹੀਂ ਹੈਗਾ ਅਤੇ ਪ੍ਰਾਪਤੀ ਵੀ ਨਹੀਂ ਹੁੰਦੀ। ਅਤੇ ਇਸ ਲਈ ਗੁਰੂ ਮਹਾਰਾਜ ਕਹਿੰਦੇ ਸੁਭਰ ਭਰੇ ਪ੍ਰੇਮ ਰਸ ਰੰਗ, ਜਿਹੜੇ ਪ੍ਰਮਾਤਮਾ ਦੇ ਪ੍ਰੇਮ ਵਿੱਚ, ਨਾਮ ਰਸ ਵਿੱਚ ਭਰੇ ਹੋਏ ਹਨ। ਉਪਜੈ ਚਾਉ ਸਾਧ ਕੈ ਸੰਗ, ਸਾਧੂਆਂ ਦੀ, ਗੁਰੂ ਦੀ ਸੰਗਤ ਕਰਕੇ ਉਹਨਾਂ ਦੇ ਅੰਦਰ ਚਾਅ ਪੈਦਾ ਹੋ ਜਾਂਦਾ ਹੈ ਵੀ ਨਾਮ ਜਪੀਏ। ਕਿਉਂਕਿ ਨਾਮ ਜਪਣ ਵਾਲਿਆਂ ਦੀ ਸੰਗਤ ਕੀਤੀ, ਜਦੋਂ ਲਗਾਤਾਰ ਨਾਮ ਜਪਣ ਵਾਲੀ ਸੰਗਤ ਕੀਤੀ, ਆਪਣੇ ਮਨ 'ਚ ਵੀ ਹੋ ਗਿਆ ਵੀ ਆਪਾਂ ਵੀ ਨਾਮ ਜਪਿਆ ਕਰੇ, ਚਾਅ ਪੈਦਾ ਹੋ ਗਿਆ। ਜੇ ਮੈਂ ਕਈ ਸਾਲਾਂ ਤੋਂ ਦੇਖ ਰਿਹਾ, ਤੁਸੀਂ ਹੈਰਾਨ ਹੋ ਗਏ ਕਿ ਹਿੰਦੂ ਬਹੁਤੇ ਗੁਰਦੁਆਰੇ ਆਉਣ ਲੱਗ ਪਏ ਨੇ, ਬਾਣੀ ਪੜ੍ਹਨ ਲੱਗ ਪਏ। ਸਿੱਖ ਬਹੁਤੇ ਮੰਦਰਾਂ ਨੂੰ ਜਾਣ ਲੱਗ ਪਏ ਨੇ, ਸਿੱਖ ਬਹੁਤੇ ਮੰਦਰਾਂ ਨੂੰ ਜਾਣ ਲੱਗ ਪਏ ਨੇ। ਦੇਖ ਲਿਓ ਕਿਸੇ ਮੰਦਰ 'ਚ ਜਾ ਕੇ ਕਿੰਨੇ ਸਿੱਖ ਹੋਣਗੇ ਉੱਥੇ। ਗੁਰਦੁਆਰੇ 'ਚ ਆ ਜਾਓ, ਤੁਹਾਨੂੰ ਕਈ ਹਿੰਦੂ ਦੱਸਣਗੇ। ਹਿੰਦੂ ਗੁਰਦੁਆਰੇ ਨੂੰ ਆ ਰਹੇ ਨੇ, ਸਿੱਖ ਮੰਦਰਾਂ ਨੂੰ ਜਾ ਰਹੇ ਨੇ। ਇਹ ਕਿਉਂ ਜਾ ਰਹੇ ਨੇ, ਇਹ ਉਹਨਾਂ ਨੂੰ ਤੁਸੀਂ ਪੁੱਛ ਸਕਦੇ ਹੋ। ਇੱਕ ਬੀਬੀ, ਹਿੰਦੂ ਬੀਬੀ ਦਾ ਕੱਲ੍ਹ ਲੱਗਾ ਸੀ ਸੂਰਜ ਗ੍ਰਹਿਣ। ਉਹ ਕਹੇ ਜੀ ਜਿਹੜੀ ਤੁਹਾਡੀ ਰਾਸ਼ੀ ਹੈ, ਇਹ ਸੂਰਜ ਗ੍ਰਹਿਣ ਉਹਦੇ ਲਈ ਬੜਾ ਖਤਰਨਾਕ ਹੈ, ਤੁਸੀਂ ਉਪਾਅ ਕੋਈ ਕਰਾ ਲਓ, ਇਹ ਕਰ ਉਹ ਕਰੋ। ਉਹਨੂੰ ਮੈਂ ਟੈਲੀਫੋਨ ਕੀਤਾ, ਕਹਿੰਦੇ ਬਾਬਾ ਜੀ ਐਂ ਲੋਕ ਕਹਿੰਦੇ। ਮੈਂ ਜੀ ਆਪਣੇ ਜਿਹੜਾ ਤੁਹਾਡੇ ਹਸਬੈਂਡ ਹੈ ਉਹਨਾਂ ਦਾ ਨਾਮ ਬੋਲੋ। ਮੈਂ ਗੁਰੂ ਬਾਰੇ ਪੁੱਛਦਾ ਹਾਂ ਵੀ ਇਸ ਪਰਿਵਾਰ 'ਤੇ ਸੂਰਜ ਗ੍ਰਹਿਣ ਦਾ ਅਸਰ ਹੋਵੇਗਾ? ਮੈਂ ਪੁੱਛਿਆ, ਗੁਰੂ ਮੈਂ ਕਿਹਾ ਨਹੀਂ ਹੋਵੇਗਾ। ਮੈਂ ਬੀਬਾ ਕੋਈ ਅਸਰ ਨਹੀਂ ਹੈ, ਤੁਹਾਡੇ ਸਾਰੇ ਜੀਆਂ 'ਤੇ ਆਨੰਦ ਨਾਲ ਰਹੋ, ਆਨੰਦ ਨਾਲ ਰਹੋ। ਮੈਂ ਇੱਥੇ ਸਟੇਟ ਕਾਲਜ B.Ed ਕਰਦਾ ਸੀ 1968 'ਚ, ਕਿਤੇ ਸੂਰਜ ਗ੍ਰਹਿਣ ਲੱਗ ਗਿਆ। ਮੈਂ ਚੱਲ ਚਾਹ ਹੀ ਪੀ ਆਉਂਦੇ। ਕਾਲਜ ਦੇ ਅੱਗੇ ਟੱਕ ਸ਼ਾਪ ਸੀ, ਮੈਂ ਗਿਆ, ਉਹ ਪਾਣੀ ਡੋਲ ਰਿਹਾ। ਮੈਂ ਪਾਣੀ ਕਿਉਂ ਡੋਲ ਰਿਹਾ? ਕਿ ਸੂਰਜ ਗ੍ਰਹਿਣ ਲੱਗ ਗਿਆ। ਮੈਂ ਕਿਉਂ, ਫਿਰ ਕੀ ਹੋ ਗਿਆ? ਕਹਿੰਦੇ ਜਿਹੜੇ ਤਰਲ ਪਦਾਰਥ ਨਾ, ਸੂਰਜ ਗ੍ਰਹਿਣ ਦਾ ਉਸ 'ਤੇ ਜ਼ਿਆਦਾ ਅਸਰ ਹੁੰਦਾ। ਮੈਂ ਫਿਰ ਦੁੱਧ ਵੀ ਡੋਲ ਦੇ। ਦੁੱਧ ਨਹੀਂ ਡੋਲਿਆ, ਪਾਣੀ ਡੋਲ ਰਿਹਾ। ਇਹ ਤਾਂ ਫਿਰ ਫਾਰਮੈਲਿਟੀ ਹੋਈ ਨਾ, ਕੋਈ ਇਹ ਰੱਖੇ ਵੀ ਨਹੀਂ, ਕੋਈ ਡੋਲੇ ਹੀ ਨਹੀਂ, ਚੱਲ ਪਾਣੀ ਵੀ ਡੋਲ ਦਿੰਦੇ। ਮੈਂ ਜੇ ਤਰਲ ਪਦਾਰਥ 'ਤੇ ਇਹਦਾ ਅਸਰ ਹੈ, ਫਿਰ ਦੁੱਧ 'ਤੇ ਵੀ ਹੈ। ਇਹਦਾ ਮੈਂ ਤੂੰ ਸਾਨੂੰ ਗ੍ਰਹਿਣ ਲੱਗੇ ਦੁੱਧ ਦੀ ਚਾਹ ਪਿਲਾਏਂਗਾ? ਇਹਦਾ ਮਤਲਬ ਦੁੱਧ ਨੂੰ ਤਾਂ ਵੀ
ਜਦ ਤੂੰ ਦੁੱਧ ਨਹੀਂ ਡੋਲੇਗਾ, ਦੁੱਧ ਹੈਗਾ, ਉਹ ਗ੍ਰਹਿਣ ਦਾ ਉੱਤੇ ਅਸਰ ਹੋ ਗਿਆ, ਦੁੱਧ ਨੂੰ ਗ੍ਰਹਿਣ ਲੱਗ ਗਿਆ ਹੈ, ਉਹ ਸਾਨੂੰ ਪਿਲਾਏਂਗਾ ਤੂੰ। ਪਾਣੀ ਦਾ ਡੋਲਣੋਂ ਹਟ ਕੇ ਪਰ ਦੁੱਧ ਨਹੀਂ ਡੋਲਿਆ। ਮੈਂ ਚੱਲ 2-3 ਰੁਪਈਏ ਤੈਨੂੰ ਮਿਲਣਗੇ, ਮੈਨੂੰ ਤੇ ਕੱਪ, ਤੂੰ ਤੈਂ ਇਸ ਗੱਲ ਤੋਂ ਕੀ ਲੈਣਾ? ਚਾਹ ਮੈਂ ਪੀਣਾ, ਤੂੰ ਤਾਂ ਤੂੰ ਨਾ ਪੀ। ਕਹ ਨਾ ਜੀ, ਸੂਰਜ ਗ੍ਰਹਿਣ ਲੱਗ ਕੇ ਜਾਓ ਤੁਸੀਂ, ਮੈਂ ਨਹੀਂ ਚਾਹ ਬਣਾਉਂਦਾ। ਮੈਂ ਅੱਛਾ, ਫਿਰ ਚੁੱਲ੍ਹਾ ਵੀ ਨਹੀਂ ਜਗਾਉਣਾ ਹੋਣਾ। ਹੋ ਸਕਦਾ ਇਹ ਹੋਵੇ। ਵਹਿਮਾਂ ਭਰਮਾਂ ਦਾ ਕੋਈ ਇਲਾਜ ਨਹੀਂ ਹੈਗਾ। ਇਹ ਤਾਂ ਇੱਕ ਕੁਦਰਤੀ ਸਿਧਾਂਤ ਬਣਿਆ ਹੋਇਆ ਹੈ। ਚੰਨ ਗ੍ਰਹਿਣ, ਸੂਰਜ, ਆਪ ਜੀ ਪੜ੍ਹੇ ਲਿਖੇ ਹੋ, ਜੋਗ੍ਰਾਫੀ ਪੜ੍ਹਦੇ ਰਹੋ। ਸੂਰਜ ਗ੍ਰਹਿਣ ਕਿਉਂ ਲੱਗਦਾ, ਚੰਨ ਗ੍ਰਹਿਣ ਕਿਉਂ ਲੱਗਦਾ, ਆਪ ਜੀ ਪੜ੍ਹੇ ਹੋਏ ਹੋ। ਇਸ ਲਈ ਬਹੁਤ ਸਾਰੇ ਨਾਮ ਜਪਣ ਵਾਲੇ ਤੇ ਕੋਈ ਚੀਜ਼ ਨਹੀਂ ਅਸਰ ਕਰਦੀ। ਕਿਸੇ ਗ੍ਰਹਿ ਦਾ ਨਾਮ ਜਪਣ ਵਾਲੇ ਤੇ ਅਸਰ ਨਹੀਂ ਹੁੰਦਾ। ਬਾਣੀ ਲਿਖੀ, ਗ੍ਰਹਿ ਨਿਵਾਰੇ ਸਤਿਗੁਰੂ ਦੇ ਆਪਣਾ ਨਾਮ। ਗੁਰੂ ਨੇ ਨਾਮ ਦੀ ਦਾਤ ਦੇ ਕੇ ਸਾਰੇ ਗ੍ਰਹਿ ਹੀ ਦੂਰ ਕਰ ਦਿੱਤੇ। ਬਸ ਅਸੀਂ ਬਾਣੀ ਪੜ੍ਹਨੀ ਨਹੀਂ, ਨਾਮ ਜਪਣਾ ਨਹੀਂ, ਫਿਰ ਪੰਡਤ ਕੋਲ ਤੁਰੇ ਫਿਰ। ਉਹ ਪੰਡਤ ਕਹਿ ਦੂਗਾ, ਉਹ ਤੁਹਾਡੀ ਕੁੜੀ ਤਾਂ ਮੰਗਲੀਕ ਹੈ ਜੀ, ਜੇ ਵਿਆਹੋਗੇ ਮੁੰਡਾ ਮਰ ਜਾਏਗਾ, ਲੈ ਲਓ ਹੁਣ ਵਕਤ ਨੂੰ ਫੜੇ ਰਹੋ। ਉਹ ਵਹਿਮ ਪਤਾ ਹੁਣ ਵਕਤ ਨੂੰ ਫੜੇ। ਜਾਂ ਤਾਂ ਫਿਰ ਅਗਲਾ ਮੰਗਲੀਕ ਲੱਭੋ, ਅਤੇ ਜਾਂ ਫਿਰ ਉਹ ਕਹਿਣਗੇ ਚੰਗਾ ਜੀ ਇੰਨੇ ਹਜ਼ਾਰ ਦਿਓ, ਉਪਾਅ ਕਰ ਦਿੰਦੇ। ਅਤੇ ਕੀ ਗਰੰਟੀ ਹੈ ਵੀ ਉਪਾਅ ਹੋ ਗਿਆ ਜੀ? ਜਿਵੇਂ ਡਾਕਟਰ ਨੇ ਆਪਰੇਸ਼ਨ ਸਫਲ ਹੋ ਗਿਆ, ਮੈਂ ਝੂਠ ਬੋਲ ਦੇਣੇ, ਕਿਉਂ? ਜੇ ਕਹਿਣਗੇ ਨਹੀਂ ਤੁਸੀਂ ਪੈਸੇ ਨਹੀਂ ਦਿਓਗੇ, ਉਹ ਜੀ ਵਧਾਈਆਂ ਜੀ ਆਪਰੇਸ਼ਨ ਸਫਲ ਹੋ ਗਿਆ ਹੈ, ਲਿਓ ਇੰਨੇ ਲੱਖ ਰੁਪਏ, ਜਦ ਪੈਸੇ ਲੈ ਲਏ ਉਹਦੀ ਪਹਿਲਾਂ ਮਹੀਨੇ ਬਾਅਦ ਉਹ ਫਿਰ ਹੋ ਗਏ। ਉਹਨਾਂ ਨੂੰ ਪਤਾ ਹੁੰਦਾ ਅੰਦਰ ਕੈਂਸਰ ਹੈ, ਇਹਦੀਆਂ ਹੋ ਗਈਆਂ ਜੜ੍ਹਾਂ, ਸਾਰੀਆਂ ਜੜ੍ਹਾਂ ਨਿਕਲਣੀਆਂ ਨਹੀਂ। ਇੱਕ ਵੀ ਅਗਰ ਜੜ ਅੰਦਰ ਰਹਿ ਗਈ ਹੈ ਅਤੇ ਤੁਸੀਂ ਉੱਤੋਂ ਦਿੱਤਾ ਸਿਉਂ, ਬਸ ਉਹ 2-3 ਮਹੀਨੇ ਨੂੰ ਜੜ ਫੈਲ ਕੇ ਫਿਰ ਉਹਦਾ ਕੋਈ ਇਲਾਜ ਹੀ ਸੰਸਾਰ 'ਚ ਕੋਈ ਨਹੀਂ। ਇੱਕ ਵਾਰੀ ਕੈਂਸਰ ਹੋ ਗਿਆ, ਜੇ ਦੁਬਾਰਾ ਨਹੀਂ ਹੋਇਆ ਫਿਰ ਤਾਂ ਠੀਕ ਹੈ, ਸਾਰੀਆਂ ਜੜ੍ਹਾਂ ਬਾਹਰ ਨਿਕਲ ਗਈਆਂ ਨੇ। ਜੇ ਇੱਕ ਜੜ ਵੀ ਰਸੌਲੀ ਦੀ ਰਹਿ ਗਈ ਨਾ, ਉਹ ਫਿਰ ਮੁੜ ਕੇ ਕੈਂਸਰ ਹੋ ਜਾਏ, ਉਹਦਾ ਫਿਰ ਸੰਸਾਰ 'ਚ ਕਿਸੇ ਕੋਲ ਇਲਾਜ ਹੀ ਨਹੀਂ ਹੈਗਾ, ਫਿਰ ਤਾਂ ਮਰੂਗਾ ਬਸ, ਜਾਂ ਮਰੇਗੀ। ਬਾਣੀ ਪੜ੍ਹੋ, ਨਾਮ ਜਪੋ, ਇਹ ਗ੍ਰਹਿ ਗੁਰੂਆਂ ਤੋਂ ਨਾ ਡਰੋ, ਸਭ ਗ੍ਰਹਿ ਖਤਮ ਹੋ ਜਾਣਗੇ। ਸੋ ਇਸ ਲਈ ਨਾਮ ਜਪਦੇ ਰਹੋ, ਵਹਿਮਾਂ ਭਰਮਾਂ 'ਚ ਕੋਈ ਪੈਣ ਦੀ ਲੋੜ ਨਹੀਂ। ਨਾਮ ਜਪਣ ਵਾਲੇ 'ਤੇ ਕੋਈ ਚੀਜ਼ ਅਸਰ ਨਹੀਂ ਕਰਦੀ ਹੈਗੀ। ਲੋਕ ਨਾਮ ਜਪਦੇ ਨਹੀਂ, ਉਹਨਾਂ 'ਤੇ ਵਾਕਈ ਉਹ ਗ੍ਰਹਿ ਦਾ ਅਸਰ ਹੋ ਜਾਂਦਾ ਹੈ। ਗ੍ਰਹਿ ਹੁੰਦੇ ਨੇ, ਮੈਂ ਨਹੀਂ ਕਹਿੰਦਾ ਨਹੀਂ ਹੁੰਦੇ, ਮੈਂ ਇਹ ਨਹੀਂ ਕਹਿੰਦਾ ਗ੍ਰਹਿ ਨਹੀਂ ਹੁੰਦੇ, ਗ੍ਰਹਿ ਹੁੰਦੇ ਨੇ, ਪਰ ਨਾਮ ਜਪਣ ਵਾਲੇ 'ਤੇ ਉਸ ਦਾ ਅਸਰ ਨਹੀਂ ਹੁੰਦਾ, ਉਹਦਾ ਅਸਰ ਨਹੀਂ ਹੁੰਦਾ। ਗੱਲ 'ਤੇ ਵੀ ਅਸਰ ਨਾ ਹੋਵੇ ਬਸ। ਅੱਗੇ ਕਹਿੰਦੇ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ। ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਨਾਲ ਕਹਿੰਦੇ ਸੁੱਖ ਦੀ, ਮਹਾਨ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਫਿਰ ਤੋਂ ਅੱਗੇ ਚਲੀ ਗਏ, ਸੁਭਰ ਭਰੇ ਪ੍ਰੇਮ ਰਸ ਰੰਗ। ਕਹਿੰਦੇ ਰੱਬ ਨੂੰ ਕਰਦੇ ਨੇ ਪਿਆਰ, ਅਤੇ ਉਹ ਪਿਆਰ ਨਾਮ ਰਸ ਦੇ 'ਚ ਪੂਰੀ ਤਰ੍ਹਾਂ ਭਰ ਜਾਂਦੇ ਹਨ। ਉਹਨਾਂ ਦਾ ਮਨ ਪੂਰੀ ਤਰ੍ਹਾਂ ਨਾਮ ਰਸ ਨਾਲ ਭਰ ਜਾਂਦਾ ਹੈ। ਉਪਜੈ ਚਾਓ ਸਾਧ ਕੈ ਸੰਗ। ਜਦੋਂ ਆਪਾਂ ਗੁਰੂ ਦੀ ਸੰਗਤ ਕਰਦੇ ਹਾਂ, ਸਾਡੇ ਅੰਦਰ ਵੀ ਚਾਅ ਪੈਦਾ ਹੋ ਜਾਂਦਾ ਹੈ, ਚਾਅ ਪੈਦਾ ਹੋ ਜਾਂਦਾ ਵੀ ਆਪਾਂ ਵੀ ਨਾਮ ਜਪੀਏ। ਕਿਉਂ? ਗੁਰੂ ਮਹਾਰਾਜ ਦਾ ਕੰਮ ਹੀ ਨਾਮ ਜਪਣਾ ਅਤੇ ਨਾਮ ਜਪਾਉਣਾ, ਨਾਮ ਜਪਣਾ, ਨਾਮ ਜਪਾਉਣਾ। ਫਿਰ ਜਦੋਂ ਉਹ ਗੱਲਾਂ ਕਰਦੇ ਰਹਿੰਦੇ ਨਾਮ ਦੀਆਂ, ਫਿਰ ਚਾਅ ਪੈਦਾ ਆਪਾਂ ਵੀ ਨਾਮ ਜਪੀਏ। ਉਪਜੈ ਚਾਓ ਸਾਧ ਕੈ ਸੰਗ। ਸਾਧੂ ਦੀ ਜਾਂ ਗੁਰੂ ਦੀ ਸੰਗਤ ਕਰਕੇ ਮਨ ਅੰਦਰ ਪਰਮਾਤਮਾ ਦੇ ਨਾਮ ਦਾ ਚਾਅ ਪੈਦਾ ਹੁੰਦਾ। ਪਰੇ ਸ਼ਰਨ ਆਣ ਸਭ ਤਿਆਗ। ਉਹ ਫਿਰ ਸਭ ਕੁਝ ਤਿਆਗ ਕੇ ਉਹ ਪਰਮਾਤਮਾ ਦੀ ਸ਼ਰਨ 'ਚ ਆ ਜਾਂਦੇ ਹਨ। ਫਜ਼ੂਲ ਦੀਆਂ ਇੱਛਾਵਾਂ, ਹੋਰ ਚੀਜ਼ਾਂ ਤਿਆਗ ਦਿੰਦੇ ਨੇ ਅਤੇ ਪਰਮਾਤਮਾ ਦੀ ਸ਼ਰਨ 'ਚ ਆ ਜਾਂਦੇ ਨੇ। ਫਿਰ ਕੀ ਹੋਏਗਾ? ਅੰਤਰ ਪ੍ਰਗਾਸ, ਅਣ ਦੇਣ ਲਿਵਲਾਗ। ਫਿਰ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ।
ਜਦੋਂ ਨਾਮ ਜਪਿਆ ਅੰਦਰ ਫਿਰ ਬ੍ਰਹਮ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਜਦੋਂ ਪ੍ਰਕਾਸ਼ ਗਿਆ ਅਣ ਦਿਨ ਲਿਵ ਲਾਗ, ਅਣ ਦਿਨ ਦਾ ਦਿਨ ਰਾਤ, ਫਿਰ ਦਿਨ ਰਾਤ ਉਹਦੀ ਪਰਮਾਤਮਾ ਦੇ ਨਾਲ ਲਿਵ ਲੱਗ ਜਾਂਦੀ ਹੈ। ਪਹਿਲਾਂ ਆਪਾਂ ਵਾਹਿਗੁਰੂ 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 ਕਰਦੇ ਰਹਿੰਦੇ ਹਾਂ। ਜਦੋਂ ਪਰਮਾਤਮਾ ਨਾਲ ਪਿਆਰ ਹੋ ਜਾਂਦਾ ਫਿਰ ਸਾਡੇ ਲਿਵ ਭਾਵ ਸਾਡਾ ਧਿਆਨ ਹੀ ਪਰਮਾਤਮਾ ਵੱਲ ਹੋ ਜਾਂਦਾ ਹੈ। ਫਿਰ ਸਾਨੂੰ ਬੋਲਣ ਦੀ ਲੋੜ ਨਹੀਂ ਰਹਿੰਦੀ, ਜਪਣ ਦੀ ਲੋੜ ਨਹੀਂ ਰਹਿੰਦੀ, ਧਿਆਨ ਹੀ ਉਹਦੇ ਨਾਲ, ਸਾਡੀ ਲਿਵ ਉਹਦੇ ਨਾਲ ਲੱਗ ਜਾਂਦੀ। ਬਡਭਾਗੀ ਜਪਿਆ ਪ੍ਰਭ ਸੋਏ, ਬਡਭਾਗੀ ਵੱਡੇ ਭਾਗਾਂ ਵਾਲੇ ਨੇ। ਕਿਹਨਾਂ ਨੇ ਪਰਮਾਤਮਾ ਨਾਮ ਜਪਿਆ? ਵੱਡੇ ਭਾਗਾਂ ਵਾਲੇ ਨੇ। ਬਦ ਕਿਸਮਤ ਨਹੀਂ ਜਪਿਆ ਕਰਦਾ, ਬਦ ਕਿਸਮਤ ਦਾ ਜੀ ਨਹੀਂ ਕਰਦਾ। ਜੇ ਬਦ ਕਿਸਮਤ ਕਿਤੇ ਨਾਮ ਜਪਣ ਲੱਗ ਜਾਏ ਉਹ ਖੁਸ਼ਕਿਸਮਤ ਹੋ ਜਾਏਗਾ। ਉਹਦੀ ਬਦ ਕਿਸਮਤੀ ਉਹਨੂੰ ਨਾਮ ਹੀ ਨਹੀਂ ਜਪਣ ਦਿੰਦੀ। ਤੁਸੀਂ ਤੇ ਖੁਸ਼ਕਿਸਮਤ ਹੋ। ਖੁਸ਼ਕਿਸਮਤ ਹੋਣ ਕਰਕੇ ਹੀ ਪਰਮਾਤਮਾ ਦੇ ਦਰ 'ਤੇ ਆਏ, ਗੁਰੂ ਦਰ 'ਤੇ ਆਓ। ਹੋਰ ਖੁਸ਼ਕਿਸਮਤ ਹੋ ਜਾਓਗੇ। ਬਦ ਕਿਸਮਤ ਜੇ ਗੁਰੂ ਦੇ ਦਰ 'ਤੇ ਆਉਣਾ ਸ਼ੁਰੂ ਕਰ ਦੇਵੇ, ਨਾਮ ਬਾਣੀ ਪੜ੍ਹੇ, ਉਹ ਵੀ ਫਿਰ ਖੁਸ਼ਕਿਸਮਤ ਹੋ ਜਾਂਦੀ। ਬਾਣੀ ਨੇ, ਨਾਮ ਨੇ ਸਾਡੀ ਕਿਸਮਤ ਨੂੰ ਬਦਲ ਦੇਣਾ ਹੈ। ਕਈ ਵਾਰੀ ਭਾਗਾਂ 'ਚ ਲਿਖਿਆ ਹੁੰਦਾ ਹੈ, ਪਰ ਸਾਨੂੰ ਆਪਣੇ ਭਾਗ ਨਹੀਂ ਜਗਾਉਣੇ ਆਉਂਦੇ। ਸਾਨੂੰ ਭਾਗ ਜਗਾਉਣੇ ਨਹੀਂ ਆਉਂਦੇ। ਪਾਣੀ ਧਰਤੀ ਦੇ ਵਿੱਚ ਜਦੋਂ ਦੀ ਧਰਤੀ ਬਣੀ ਹੈ ਉਦੋਂ ਦਾ ਹੀ ਪਾਣੀ ਧਰਤੀ ਵਿੱਚ ਹੈ, ਪਰ ਲੱਖਾਂ ਸਾਲਾਂ ਤੱਕ ਮਨੁੱਖ ਨੂੰ ਇਹ ਗਿਆਨ ਹੀ ਨਹੀਂ ਹੋਇਆ ਕਿ ਧਰਤੀ ਦੇ ਹੇਠਾਂ ਪਾਣੀ ਹੈ। ਜਦੋਂ ਹੋਇਆ ਗਿਆਨ, ਉਹਨੇ ਖੂਹ ਲਾ ਲਏ। ਫਿਰ ਸਾਇੰਸ ਨੇ ਤਰੱਕੀ ਕੀਤੀ, ਖੂਹਾਂ ਤਾਂ ਫਿਰ ਟਿਊਬਵੈਲਾਂ 'ਤੇ ਆ ਗਏ, ਗਿਆਨ ਹੋ ਗਿਆ। ਸੋ ਇਸੇ ਤਰ੍ਹਾਂ ਪਹਿਲਾਂ ਬੰਦੇ ਨੂੰ ਗਿਆਨ ਨਹੀਂ ਹੈ ਨਾਮ ਜਪਣਾ, ਇਸ ਲਈ ਬਦ ਕਿਸਮਤ ਰਹਿ ਜਾਂਦਾ। ਜਦੋਂ ਹੋ ਗਿਆ ਗਿਆਨ, ਫਿਰ ਨਾਮ ਜਪ ਜਪ ਕੇ ਖੁਸ਼ਕਿਸਮਤ ਹੋ ਜਾਂਦਾ। ਬਸ ਜੇ ਸਾਡੀ ਕਿਸਮਤ ਨਾ ਬਦਲਦੀ, ਜੇ ਕਿਤੇ ਪਰਮਾਤਮਾ ਲਿਖਦਾ ਤੇਰੀ ਕਿਸਮਤ ਬਦਲਣੀ, ਤੂੰ ਬਾਣੀ ਪੜ੍ਹ, ਨਾਮ ਜਪ, ਨਾ ਜਪ, ਤੇਰੀ ਕਿਸਮਤ ਨਹੀਂ ਬਦਲਣੀ। ਫਿਰ ਕਿੰਨੇ ਬਾਣੀ ਪੜ੍ਹਨੀ ਸੀ, ਕਿੰਨੇ ਨਾਮ ਜਪਣਾ ਸੀ? ਫਿਰ ਤਾਂ ਗੁਰੂ ਕੋਲ ਜਾਂਦਾ ਹੀ ਨਾ। ਆਪਾਂ ਸਾਧੂ ਕੋਲ ਅਤੇ ਗੁਰੂ ਕੋਲ ਜਾਂਦੇ ਹੀ ਇਸ ਲਈ ਹਾਂ ਕਿ ਉਹਨਾਂ ਕੋਲ ਜਾ ਕੇ ਸਾਡੀ ਕਿਸਮਤ ਬਦਲ ਜਾਵੇ, ਇਸ ਲਈ ਜਾਂਦੇ। ਉਹ ਕਈ ਵਾਰੀ ਸਿੱਧੀ ਵੀ ਕਿਰਪਾ ਕਰ ਸਕਦੇ, ਸਿੱਧੀ ਕਿਰਪਾ। ਸੰਤ ਈਸ਼ਰ ਸਿੰਘ ਜੀ ਮਹਾਰਾਜ ਕੋਲ ਇੱਕ ਪਰਿਵਾਰ ਆਇਆ ਕਰਦੇ ਹਰ ਪੂਰਨਮਾਸ਼ੀ ਨੂੰ। ਉਹ ਮਹਾਂਪੁਰਖਾਂ ਦਾ ਸ਼ਰਧਾਲੂ ਸੀ। ਰਾੜਾ ਸਾਹਿਬ ਪੂਰਨਮਾਸ਼ੀ ਮਨਾਈ ਜਾਂਦੀ ਸੀ, ਉੱਥੇ ਆਉਂਦੇ ਹੁੰਦੇ ਸੀ। ਤੁਸੀਂ ਪੁੱਛੋਗੇ ਕਿ ਕੀ ਇਹ ਸਾਧ ਪੂਰਨਮਾਸ਼ੀ ਮਨਾਉਂਦੇ ਨੇ? ਨਹੀਂ, ਪੂਰਨਮਾਸ਼ੀ ਨਹੀਂ ਮਨਾਉਂਦੇ, ਨਾ ਇਹ ਸੰਗਰਾਂਦ ਮਨਾਉਂਦੇ, ਨਾ ਕੋਈ ਮੱਸਿਆ, ਨਾ ਕੋਈ ਪੰਚਮੀ। ਇਹ ਤਾਂ ਇਸ ਲਈ ਰੱਖ ਲਿਆ ਕਿ ਇਹਨਾਂ ਦਿਨਾਂ ਦਾ ਆਮ ਲੋਕਾਂ ਨੂੰ ਪਤਾ ਹੁੰਦਾ ਵੀ ਅੱਜ ਪੂਰਨਮਾਸ਼ੀ ਹੈ ਜੀ, ਅੱਜ ਮੱਸਿਆ ਹੈ, ਅੱਜ ਸੰਗਰਾਂਦ ਹੈ, ਅੱਜ ਪੰਚਮੀ ਹੈ। ਬਈ ਲੋਕਾਂ ਨੂੰ ਪਤਾ ਹੁੰਦਾ ਹੈ। ਇਹ ਇਸ ਲਈ ਕਹਿੰਦੇ ਅੱਛਾ, ਕਿਸੇ ਨੇ ਕਹਿੰਦਾ ਭਾਈ ਪੂਰਨਮਾਸ਼ੀ ਨੂੰ ਆਇਆ ਕਰੋ, ਕਿਸੇ ਨੇ ਕਹਿੰਦਾ ਸਾਡੇ ਡੇਰੇ ਦੇ ਮੱਸਿਆ ਨੂੰ ਆਇਆ ਕਰੋ, ਕਿਸੇ ਨੇ ਕਹਿੰਦਾ ਪੰਚਮੀ ਨੂੰ ਆਇਆ ਕਰੋ, ਕਿਸੇ ਨੇ ਕਹਿੰਦਾ ਸੰਗਰਾਂਦ ਨੂੰ ਆਇਆ ਕਰੋ। ਇਹ ਨਹੀਂ ਕਿ ਉਹ ਪੂਰਨਮਾਸ਼ੀ ਨੂੰ ਮਨਾਉਂਦੇ ਫਿਰਦੇ ਨੇ। ਇਹ ਤਾਂ ਇੱਕ ਦਿਨ ਨੇ। ਸਿੱਖ ਧਰਮ 'ਚ ਸਾਰੇ ਦਿਨ ਹੀ ਚੰਗੇ ਨੇ ਜੇ ਅਸੀਂ ਨਾਮ ਜਪਦੇ ਹਾਂ, ਅਤੇ ਜੇ ਨਾਮ ਨਹੀਂ ਜਪਦੇ ਤਾਂ ਫਿਰ ਸਾਰੇ ਦੇ ਸਾਰੇ ਦਿਨ ਮਾੜੇ, ਫਿਰ ਸਾਰੇ ਦਿਨ ਮਾੜੇ। ਹੁੰਦੀ ਵਿਸਾਖੀ ਹੈ, ਦੁਨੀਆ ਭਰ ਦਾ ਮੀਟ ਫਿਰ ਲੋਕ ਬਣਾ ਬਣਾ ਕੇ ਖਾਂਦੇ ਨੇ। ਹੁੰਦੀ ਦੀਵਾਲੀ ਹੈ, ਬੜਾ ਮੀਟ ਵਰਤਿਆ ਜਾਂਦਾ ਹੈ। ਹੁੰਦਾ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ, ਕਹਿੰਦੇ ਮੁਰਗੇ ਬਣਾਓ, ਗੁਰਪੁਰਬ ਹੈ। ਗਿਆਨ ਹੀ ਨਹੀਂ ਹੈ ਕਿ ਇਹ ਤਾਂ ਪਵਿੱਤਰ ਦਿਨ ਨੇ, ਇਹਨਾਂ 'ਤੇ ਤਾਂ ਨਾ ਐਸੇ ਕੰਮ ਕਰੋ। ਨਾ ਗਿਆਨ ਹੋਣ ਕਰਕੇ ਸਗੋਂ ਇਹਨਾਂ ਦਿਨਾਂ ਦੇ ਵਿੱਚ ਸਗੋਂ ਜ਼ਿਆਦਾ ਸ਼ਰਾਬਾਂ ਪੀਤੀਆਂ, ਜ਼ਿਆਦਾ ਮੀਟ ਖਾਧਾ ਜਾਂਦਾ। ਗਿਆਨ ਨਹੀਂ ਨਾ ਹੈਗਾ। ਬਾਣੀ ਨੇ ਸਾਨੂੰ ਗਿਆਨ ਦੇਣਾ। ਜਦੋਂ ਗਿਆਨ ਹੋ ਗਿਆ ਜੀਵਨ ਸੁਖੀ ਹੋ ਜਾਏਗਾ। ਅਗਿਆਨੀ ਦਾ ਜੀਵਨ ਹੀ ਦੁਖਦਾਈ ਹੁੰਦਾ,
ਕਿਉਂ? ਅਗਿਆਨਤਾ ਦੇ ਵਿੱਚ ਆ ਕੇ ਉਹ ਗਲਤ ਕਰਮ ਕਰਦਾ ਹੈ, ਫਿਰ ਦੁੱਖ ਭੋਗਦਾ ਹੈ। ਜਦੋਂ ਗਿਆਨ ਹੋ ਗਿਆ ਹੈ ਫਿਰ ਉਹ ਗਲਤ ਕੰਮ ਕਰਦੇ ਹੀ ਨਹੀਂ, ਇਸ ਲਈ ਦੁੱਖ ਭੋਗਦੇ ਹੀ ਨਹੀਂ। ਇਸ ਲਈ ਗੁਰੂ ਮਹਾਰਾਜ ਬੜ ਭਾਗੀ ਜਪਿਆ ਪ੍ਰਭ ਸੋਏ। ਜਿਹੜੇ ਵੱਡਾ ਇਹ ਭਾਗਾਂ ਵਾਲੇ ਨਾ ਉਹੀ ਪਰਮਾਤਮਾ ਦਾ ਨਾਮ ਜਪਦੇ ਨੇ। ਨਾਨਕ ਨਾਮ ਰਤੇ ਸੁਖ ਹੋਏ। ਉਹ ਨਾਮ 'ਚ ਰੰਗੇ ਜਾਂਦੇ, ਨਾਮ ਦਾ ਜਾਪ ਕਰਦੇ ਰਹਿੰਦੇ ਨੇ, ਕਰਦੇ ਨਾਮ 'ਚ ਰੰਗੇ ਜਾਂਦੇ ਨੇ। ਫਿਰ ਕਹਿੰਦੇ ਸੁਖ ਹੋਏ। ਖੱਖੇ ਨੂੰ ਔਂਕੜ ਆਖਿਆ ਸੁਖ, ਭਾਵ ਸਦਾ ਰਹਿਣ ਵਾਲਾ ਸੁਖ। ਉਹਨਾਂ ਨੂੰ ਸਦਾ ਰਹਿਣ ਵਾਲੇ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ। ਅੱਗੇ ਕਹਿੰਦੇ ਸੇਵਕ ਕੀ ਮਨਸਾ ਪੂਰੀ ਭਈ, ਸਤਿਗੁਰ ਤੇ ਨਿਰਮਲ ਮਤ ਲਈ। ਜਿਹੜਾ ਸੇਵਕ ਹੈ ਗੁਰੂ ਤੋਂ ਨਾ ਚੰਗੀ ਮੱਤ ਲੈਂਦਾ। ਗੁਰੂ ਮਹਾਰਾਜ ਹਮੇਸ਼ਾ ਚੰਗੀ ਮੱਤ ਦਿੰਦੇ ਨੇ। ਚੰਗੇ ਬੰਦੇ ਨੇ ਚੰਗੀ ਮੱਤ ਹੀ ਦੇਣੀ ਹੈ, ਭੈੜੇ ਬੰਦੇ ਨੇ ਭੈੜੀ ਮੱਤ ਦੇਣੀ ਹੈ। ਜੇ ਭੈੜਾ ਬੰਦਾ ਚੰਗੀ ਮੱਤ ਦੇਣ ਲੱਗ ਜੇ ਫਿਰ ਅਸੀਂ ਉਹਨੂੰ ਭੈੜਾ ਹੀ ਨਹੀਂ ਕਹਿ ਸਕਦੇ। ਮੱਤ ਦਿੰਦਾ ਭੈੜਾ ਬੰਦਾ ਭੈੜੀ ਮੱਤ ਦੇਗੇ, ਚੰਗਾ ਬੰਦਾ ਚੰਗੀ ਮੱਤ ਦੇਵੇਗਾ। ਅਤੇ ਗੁਰੂ ਮਹਾਰਾਜ ਜਿਹੜੇ ਨੇ ਉਹ ਚੰਗਿਆਂ 'ਚੋਂ ਚੰਗੇ ਨੇ, ਇਸ ਲਈ ਉਹਨਾਂ ਦੀ ਨਿਰਮਲ ਮੱਤ ਦਿੰਦੇ ਨੇ। ਸਤਿਗੁਰ ਤੇ ਨਿਰਮਲ ਮੱਤ ਲਈ, ਗੁਰੂ ਤੋਂ ਚੰਗੀ ਮੱਤ ਲਈ। ਜਨ ਕੋ ਪ੍ਰਭ ਹੋਇਓ ਦਇਆਲ, ਸੇਵਕ ਕੀਨੋ ਸਦਾ ਨਿਹਾਲ। ਪਰਮਾਤਮਾ ਫਿਰ ਆਪਣੇ ਸੇਵਕ 'ਤੇ ਨਾ ਦਿਆਲੂ ਹੋ ਜਾਂਦਾ, ਕਿਉਂ? ਨਾਮ ਜਪਿਆ ਨਾ, ਉਹ ਨਾਮ ਜਪਿਆ, ਨਿਰਮਲ ਮੱਤ ਲਈ ਨਾਮ ਜਪਣ ਲੱਗ ਗਿਆ। ਫਿਰ ਨਾਮ ਜਪਣ ਵਾਲੇ 'ਤੇ ਫਿਰ ਪਰਮਾਤਮਾ ਦਿਆਲੂ ਹੁੰਦਾ। ਨਾਮ ਜਪਣ ਵਾਲੇ 'ਤੇ ਪਰਮਾਤਮਾ ਦਿਆਲੂ ਹੁੰਦਾ, ਗੁਰੂ ਵੀ ਦਿਆਲੂ ਹੁੰਦਾ। ਸਤਵੇਂ ਪਾਤਸ਼ਾਹ ਆਪਣੇ ਆਸਣ 'ਤੇ ਬੈਠੇ ਨੇ, ਸਿਮਰਨ ਕਰਨ। ਉਹਨਾਂ ਦੇ ਇੱਕ ਭਾਈ ਸੇਵਕ ਭਾਈ ਗੋਂਦਾ, ਉਹ ਕਾਬਲ, ਅਫਗਾਨਿਸਤਾਨ ਦੀ ਰਾਜਧਾਨੀ ਕਾਬਲ ਹੈ, ਉੱਥੇ ਰਹਿੰਦਾ ਸੀ, ਦੁਕਾਨਦਾਰੀ ਕਰਦਾ ਸੀ। ਉਹ ਵੀ ਅੰਮ੍ਰਿਤ ਵੇਲੇ ਉੱਠ ਕੇ ਨਹਾ ਧੋ ਕੇ ਸਿਮਰਨ ਕਰਦਾ ਸੀ। ਇੱਕ ਦਿਨ ਸਿਮਰਨ ਕਰਦਿਆਂ ਉਸ ਨੇ ਆਪਣੀ ਆਤਮਿਕ ਸ਼ਕਤੀ ਨਾਲ ਗੁਰੂ ਮਹਾਰਾਜ ਦੇ ਚਰਨ ਪਕੜ ਲਏ। ਧਿਆਨ 'ਚ ਬੜੀ ਸ਼ਕਤੀ ਹੈ। ਆ ਕਹਿੰਦੇ ਕੂੰਜਾਂ ਗੁਰਬਾਣੀ, ਕੂੰਜਾਂ ਜਿਹੜੀਆਂ ਨੇ ਨਾ, ਇਹ 8,000 ਕਿਲੋਮੀਟਰ ਦੂਰੀ ਤੋਂ ਇੰਡੀਆ 'ਚ ਆਉਂਦੀਆਂ ਨੇ। ਤਿੰਨ ਕਵਣ ਖਿਲਾਵੇ ਕਵਨ ਚੁਗਾਵੇ। ਮਗਰ ਉਹਦੇ ਬੱਚੇ ਨੂੰ ਕੌਣ ਖੁਆਏਗਾ, ਕੌਣ ਚੁਗਾ ਪਾਏਗਾ? ਮਨ ਮਹਿ ਸਿਮਰਨ ਤਰ ਕਰਿਆ। ਬਸ ਮਨ 'ਚ ਉਹਨਾਂ ਨੂੰ ਯਾਦ ਕਰਦੀ ਰਹਿੰਦੀ ਹੈ। ਉਹ ਯਾਦ ਨਾਲ ਹੀ ਜਿਉਂਦੇ ਰਹਿੰਦੇ ਨੇ। ਦੇਖੋ ਬੱਚੇ ਉੱਥੇ ਛੱਡ ਆਈਏ, ਪਾਛੈ ਬਚਰੇ ਛਰਿਆ, ਪਿੱਛੇ ਬੱਚੇ ਛੱਡ ਕੇ ਆਉਂਦੀ ਹੈ। ਹੁਣ ਬੱਚੇ ਗੁਰਬਾਣੀ ਉਹਨਾਂ ਨੂੰ ਕੌਣ ਖਵਾਉਂਦਾ ਹੈ, ਉਹਨੂੰ ਕੌਣ ਪਿਲਾਉਂਦਾ ਬੱਚਿਆਂ ਨੂੰ? ਆਪ ਤੇ ਮਾਂ ਪਿਓ ਇੱਥੇ ਆ ਗਏ ਨੇ। ਉਹ ਕਹਿੰਦੇ ਉਹ ਸਿਮਰਨ ਕਰਦੇ, ਉਹਨਾਂ ਨੂੰ ਯਾਦ ਕਰਦੇ। ਆਪਾਂ ਸਿਮਰਨ ਕਹਿੰਦੇ ਹਾਂ, ਹਿੰਦੀ ਸਮਰਨ ਕਹਿੰਦੇ ਨੇ। ਸਮਰਨ ਯਾਦ ਕਰਨਾ। ਜਿਵੇਂ ਆਪਾਂ ਨਿਮਰਤਾ ਕਹਿੰਦੇ, ਹਿੰਦੀ ਕਹਿੰਦੇ ਨਮਰਤਾ। ਫਲਾਣੇ ਬੰਦੇ 'ਚ ਬਹੁਤ ਨਮਰਤਾ ਹੈ, ਜਿਹਨੂੰ ਆਪਾਂ ਫਲਾਣੇ ਬੰਦੇ ਬੜੀ ਨਿਮਰਤਾ ਹੈ। ਆਪਾਂ ਸਿਮਰਨ ਕਹਿੰਦੇ ਹਾਂ, ਉਹ ਸਮਰਨ ਕਹਿੰਦੇ ਨੇ। ਅਰਥ ਹੈ ਯਾਦ ਕਰਨਾ। ਬਸ ਕੂੰਜ ਆਪਣੇ ਬੱਚਿਆਂ ਨੂੰ ਯਾਦ ਕਰਦੇ ਰਹਿੰਦੀ। ਇਸ ਯਾਦ ਸ਼ਕਤੀ ਦੇ ਨਾਲ ਹੀ ਉਹਦੇ ਬੱਚਿਆਂ ਦੀ ਪਾਲਣਾ ਪੋਸ਼ਣਾ ਹੁੰਦੀ ਰਹਿੰਦੀ ਹੈ। ਇਹ ਯਾਦ ਸ਼ਕਤੀ 'ਚ ਇੰਨੀ ਤਾਕਤ ਹੈ। ਇਸ ਲਈ ਕਹਿੰਦੇ ਉਹ ਜੇ ਭਾਈ ਗੋਇੰਦਾ ਹੈ, ਉਹਨੇ ਗੁਰੂ ਮਹਾਰਾਜ ਦੇ ਸੁਰਤ ਦੇ ਨਾਲ ਉਹਨੇ ਚਰਨ ਪਕੜੇ ਜਾ ਸਕਦੇ ਨੇ। ਜਦੋਂ ਆਤਮਿਕ ਅਵਸਥਾ ਉੱਚੀ ਹੁੰਦੀ ਹੈ ਨਾ, ਤੁਸੀਂ ਸੁਰਤ ਦੇ ਨਾਲ ਚਰਨ ਪਕੜ ਸਕਦੇ ਹੋ। ਗੁਰੂ ਮਹਾਰਾਜ ਨੂੰ ਪਤਾ ਲੱਗਿਆ, ਜਾਣੀ ਜਾ ਸਾਨੂੰ ਵੀ ਉਹ ਇਹ ਤਾਂ ਕਾਬਲ 'ਚ ਬੈਠਾ ਆਪਣਾ ਸਿੱਖ ਜਿਹੜਾ ਗੋਇੰਦਾ ਹੈ, ਇਹ ਤਾਂ ਉਹਨੇ ਚਰਨ ਪਕੜ ਲੈਣੇ। ਗੁਰੂ ਮਹਾਰਾਜ ਅੱਖਾਂ ਬੰਦ ਕਰਕੇ ਬੈਠੇ ਨੇ, ਵੀ ਜੇ ਅੱਖਾਂ ਖੋਲ੍ਹੀਆਂ ਕੋਈ ਆਵਾਜ਼ ਮਾਰੇਗਾ ਜਗਾਏ। ਦਿਨ ਚੜ੍ਹ ਗਿਆ, ਧੁੱਪ ਨਿਕਲ ਆਈ ਹੈ, ਸੰਗਤ ਨੂੰ ਲੰਗਰ ਛਕਾਉਣਾ ਹੈ, ਗੁਰੂ ਮਹਾਰਾਜ ਅੱਖਾਂ ਨਹੀਂ ਖੋਲ੍ਹ ਰਹੇ। ਜਿਹੜੇ ਲਾਂਗਰੀ ਨੇ ਉਹ ਬੈਠੇ ਨੇ, ਕਦੋਂ ਗੁਰੂ ਅੱਖਾਂ ਖੋਲ੍ਹਣ, ਪਹਿਲਾਂ ਇਹਨਾਂ ਨੂੰ ਭੋਗ ਲਵਾਈਏ, ਫਿਰ ਸੰਗਤ ਨੂੰ ਵਰਤਾਈਏ। ਕਾਫੀ ਦੇਰ ਬਾਅਦ ਜਿਹੜਾ ਗੋਇੰਦੇ ਦਾ ਧਿਆਨ ਉਖੜਿਆ, ਜਦੋਂ ਧਿਆਨ ਉਖੜਿਆ ਉਹਨੇ ਚਰਨ ਛੱਡਤੇ ਨੇ। ਗੁਰੂ ਮਹਾਰਾਜ ਨੇ ਅੱਖਾਂ ਖੋਲ੍ਹੀਆਂ,
ਹੱਥ ਉੱਚਾ ਕਰਕੇ ਕਹਿੰਦੇ, ਸਿੱਖਾ ਨਿਹਾਲ ਨਿਹਾਲ ਨਿਹਾਲ, ਜਿਉਂਦੇ ਜੀ ਹੀ ਮੁਕਤ ਕਰਤਾ, ਨਿਹਾਲ ਕਰਤਾ। ਇਸ ਲਈ ਗੁਰੂ ਮਹਾਰਾਜ ਕਹਿੰਦੇ, ਜਿਨ ਕੋ ਪ੍ਰਭ ਹੋਇਓ ਦਇਆਲ, ਜਿਨ੍ਹਾਂ 'ਤੇ ਪਰਮਾਤਮਾ ਦਿਆਲੂ ਹੋ ਗਿਆ ਨਾ, ਸੇਵਕ ਕੀਨੋ ਸਦਾ ਨਿਹਾਲ, ਉਹ ਪਰਮਾਤਮਾ ਆਪਣੇ ਸੇਵਕ ਨੂੰ ਨਿਹਾਲ ਕਰ ਦਿੰਦਾ ਹੈ। ਬੰਧਨ ਕਾਟ ਮੁਕਤ ਜਨ ਭਇਆ, ਜਿਹੜਾ ਪਰਮਾਤਮਾ ਦਾ ਗਿਆਨ ਹੁੰਦਾ ਨਾ, ਉਹ ਫਿਰ ਜਿਹੜੇ ਮੋਹ ਮਾਇਆ ਦੇ ਬੰਧਨ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਬੰਧਨ ਨੇ, ਉਹਨਾਂ ਨੂੰ ਕੱਟ ਦਿੰਦਾ ਅਤੇ ਮੁਕਤ ਹੋ ਜਾਂਦਾ ਹੈ। ਜਨਮ ਮਰਨ ਕਾ ਦੁੱਖ ਗਿਆ, ਜਨਮ ਮਰਨ ਦੁੱਖ ਭਰਮ ਗਿਆ। ਜੰਮਣ ਮਰਨ ਦਾ ਜਿਹੜਾ ਦੁੱਖ ਸੀ ਉਹ ਵੀ ਖਤਮ ਹੋ ਗਿਆ, ਅਤੇ ਭਰਮ ਹੁੰਦੀ ਹੈ ਭਟਕਣਾ। ਇਹ ਹਿੰਦੀ ਦਾ ਸ਼ਬਦ ਹੈ, ਇਹਨੂੰ ਭਰਮ ਨਹੀਂ ਬੋਲਣਾ, ਪੂਰਾ ਰਾਰਾ ਨਹੀਂ ਬੋਲਣਾ। ਹਿੰਦੀ ਕਾ ਸ਼ਬਦ ਦਾ ਉਚਾਰਨ ਹੈ ਭ੍ਰਮ, ਆਪਾਂ ਫਿਰ ਪੰਜਾਬੀ ਕਹਿੰਦੇ ਭਰਮ। ਜਨਮ ਮਰਨ ਦੁੱਖ ਭਰਮ ਗਿਆ, ਜੰਮਣ ਮਰਨ ਦਾ ਦੁੱਖ ਅਤੇ ਜੋ ਅੰਦਰ ਭਟਕਣਾ ਸੀ, ਕਦੇ ਕਿਸੇ ਜੂਨੀ ਕਦੇ ਭਟਕਦੇ ਸੀ, ਉਹ ਵੀ ਖਤਮ ਹੋ ਗਈ। ਇੱਛ ਪੁੰਨੀ, ਪੁੰਨੀ ਤਾਂ ਪੂਰੀ ਹੋ ਗਈ। ਇੱਛ ਪੁੰਨੀ, ਸ਼ਰਧਾ ਸਭ ਪੂਰੀ, ਉਹਦੀ ਇੱਛਾ ਪੂਰੀ ਹੋ ਗਈ, ਉਹਦੀ ਭਾਵਨਾ ਪੂਰੀ ਹੋ ਗਈ। ਦੇਖੋ, ਜਦੋਂ ਵੀ ਆਪਾਂ ਕਿਸੇ ਕੋਲ ਜਾਂਦੇ ਹਾਂ, ਅੰਦਰ ਕੋਈ ਭਾਵਨਾ ਤਾਂ ਜ਼ਰੂਰ ਹੁੰਦੀ ਹੈ। ਖਾਸ ਕਰਕੇ ਜੇ ਗੁਰੂ ਕੋਲ ਜਾਂਦੇ ਹਾਂ, ਸਾਧੂ ਕੋਲ ਜਾਂਦੇ ਹਾਂ, ਕੋਈ ਭਾਵਨਾ ਲੈ ਕੇ ਜਾਂਦੇ ਹਾਂ ਵੀ ਉੱਥੇ ਆ ਪੁੱਛਾਂਗੇ, ਆ ਕਰਾਂਗੇ, ਇਸ ਤਰ੍ਹਾਂ ਆਪਣੀ ਸਮੱਸਿਆ ਕੋਈ ਹੱਲ ਕਰਾ ਕੇ ਲਿਆਵਾਂਗੇ। ਇੱਛ ਪੁੰਨੀ ਸ਼ਰਧਾ ਸਭ ਪੂਰੀ, ਜਿਹੜਾ ਫਿਰ ਪਰਮਾਤਮਾ ਦਾ ਭਗਤ ਹੁੰਦਾ ਨਾ, ਸੇਵਕ, ਉਹਦੀ ਇੱਛਾ ਪੂਰੀ ਹੋ ਜਾਂਦੀ ਹੈ, ਉਹਦੀ ਸ਼ਰਧਾ ਪੂਰੀ ਹੋ ਜਾਂਦੀ ਹੈ। ਜੋ ਭਾਵਨਾ ਨਾਲ ਲੈ ਕੇ ਗਿਆ ਉਹ ਪੂਰੀ ਹੋ ਗਈ, ਇੱਛਾ ਪੂਰੀ ਹੋ ਗਈ। ਰਵ ਰਿਹਾ ਸਾਧ ਸੰਗ ਹਜ਼ੂਰੀ, ਰਵ ਦਾ ਵਸਣਾ, ਫਿਰ ਪਰਮਾਤਮਾ ਉਹਦੇ ਅੰਗ ਸੰਗ ਵਸਦਾ ਹੈ, ਅਤੇ ਹਜ਼ੂਰੀ ਹਾਜ਼ਰ ਨਾਜ਼ਰ ਹੈ। ਫਿਰ ਪਤਾ ਲੱਗਦਾ ਪਰਮਾਤਮਾ ਤੇ ਸਭ ਥਾਂ 'ਤੇ ਵਸ ਰਿਹਾ, ਪਰਮਾਤਮਾ ਦੇ ਹਾਜ਼ਰ ਨਾਜ਼ਰ ਹੈ। ਕੋਈ ਐਸਾ ਥਾਂ ਨਹੀਂ ਜਿੱਥੇ ਪਰਮਾਤਮਾ ਨਹੀਂ ਹੈ, ਕੋਈ ਐਸਾ ਥਾਂ ਨਹੀਂ ਜਿੱਥੇ ਪਰਮਾਤਮਾ ਨਹੀਂ ਹੈ। ਅਤੇ ਜਿਹੜਾ ਪਰਮਾਤਮਾ ਦਾ ਭਗਤ ਹੁੰਦਾ ਹੈ, ਉਹਨੂੰ ਪਤਾ ਲੱਗਦਾ ਵੀ ਹਾਂ ਪਰਮਾਤਮਾ ਮੇਰੇ ਅੰਗ ਸੰਗ ਹੈ, ਪਰਮਾਤਮਾ ਦੇ ਹਾਜ਼ਰਾ ਹਜ਼ੂਰ ਹੈ, ਉਹ ਤਾਂ ਮੇਰੇ ਨਾਲ ਹੈ। ਉਹਨੂੰ ਗਿਆਨ ਹੋ ਜਾਂਦਾ, ਇੱਛਾ ਉਹਦੀ ਪੂਰੀ ਹੋ ਗਈ ਹੈ, ਉਹਨੂੰ ਪਰਮਾਤਮਾ ਮਿਲ ਗਿਆ ਹੈ। ਕਿਉਂਕਿ ਉੱਪਰ ਆਹੀ ਸੀ ਨਾ ਵੀ ਇੱਛਾ ਹੈ ਪਰਮਾਤਮਾ ਦੀ ਪ੍ਰਾਪਤੀ ਹੋਵੇ, ਉਹਦੀ ਇੱਛਾ ਪੂਰੀ ਹੋ ਗਈ ਹੈ। ਹੁਣ ਉਹਨੂੰ ਪਰਮਾਤਮਾ ਸਭ ਥਾਂ 'ਤੇ ਵਸਦਾ ਵਿਖਾਈ ਦਿੰਦਾ ਹੈ ਅਤੇ ਹਾਜ਼ਰ ਨਾਜ਼ਰ ਵਿਖਾਈ ਦਿੰਦਾ ਹੈ। ਹਾਜ਼ਰ ਨਾਜ਼ਰ ਵੀ ਹਾਂ ਸਾਹਮਣੇ ਹੀ ਹੈ, ਪ੍ਰੈਜ਼ੈਂਟ ਹੈ। ਇਹ ਨਹੀਂ ਕਿ ਪਰਮਾਤਮਾ ਕਿਤੋਂ ਆਵੇਗਾ। ਹਾਜ਼ਰੀ ਲਾਣੇ, ਪ੍ਰੈਜ਼ੈਂਟ ਲਾਉਣ ਜਾਂਦੇ ਹੋ ਕਿ ਨਹੀਂ ਵੀ ਹਾਂ ਜੀ ਮੈਂ ਹਾਜ਼ਰ, ਮੈਂ ਤੁਹਾਡੇ ਸਾਹਮਣੇ ਹਾਂ। ਹਾਜ਼ਰੀ ਤਾਂ ਹੀ ਲੱਗਦੀ ਹੈ ਨਾ ਜੇ ਸਾਹਮਣੇ ਹੋਈ ਹੈ, ਜੇ ਸਾਹਮਣੇ ਨਹੀਂ ਤਾਂ ਫਿਰ ਜਾਂ ਤਾਂ ਐਬਸੈਂਟ ਲਾ ਦੇਗਾ ਜਿਹੜਾ ਆਫਿਸਰ, ਅਤੇ ਜਾਂ ਫਿਰ ਛੁੱਟੀ ਭਰ ਦੇਗਾ। ਹਾਜ਼ਰ ਨਾਜ਼ਰ ਪਰਮਾਤਮਾ ਦਿਸਦਾ, ਜਿਸ ਕਾ ਸਾਹ ਤਿਨ ਲੀਆ ਮਿਲਾਏ, ਇਹ ਇਨਸਾਨ ਜਿਸ ਦਾ ਸੀ, ਅਸੀਂ ਹੈਗੇ ਪਰਮਾਤਮਾ ਦੇ। ਇਹ ਜਿਹੜਾ ਪਰਮਾਤਮਾ ਸੇਵਕ ਹੈ ਉਹ ਜਿਸ ਦਾ ਸੀ, ਜਿਸ ਕਾ ਸਾਹ, ਜਿਸ ਦਾ ਉਹ ਸੀ, ਤਿਨ ਲੀਆ ਮਿਲਾਏ, ਉਸਨੇ ਆਪਣੇ ਨਾਲ ਮਿਲਾ ਲਿਆ। ਸੇਵਕ ਹੈਗਾ ਸੀ ਪਰਮਾਤਮਾ ਦਾ, ਇਸ ਲਈ ਪਰਮਾਤਮਾ ਨੇ ਉਹਨੂੰ ਆਪਣੇ ਨਾਲ ਮਿਲਾ ਲਿਆ। ਜਿਸ ਦਾ ਸੇਵਕ ਸੀ ਉਸਨੇ ਆਪਣੇ ਨਾਲ ਮਿਲਾ ਲਿਆ। ਨਾਨਕ ਭਗਤੀ ਨਾਮ ਸਮਾਏ, ਉਹ ਫਿਰ ਭਗਤੀ ਅਤੇ ਨਾਮ ਦੇ ਰਾਹੀਂ ਭਜਨ ਬੰਦਗੀ ਕਰਦਾ ਰਹਿੰਦਾ, ਉਹਦਾ ਨਾਮ ਜਪਦਾ ਰਹਿੰਦਾ ਹੈਗਾ, ਅਤੇ ਸਮਾਏ, ਅਤੇ ਪਰਮਾਤਮਾ ਦੇ ਵਿੱਚ ਹੀ ਲੀਨ ਹੋ ਜਾਂਦਾ ਇੱਕ ਦਿਨ। ਪਰਮਾਤਮਾ ਦੀ ਭਗਤੀ ਅਤੇ ਪਰਮਾਤਮਾ ਦੇ ਨਾਮ ਰਾਹੀਂ ਉਹ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦਾ ਹੈ। ਇਹੀ ਉਦੇਸ਼ ਹੈ, ਇਹੀ ਉਦੇਸ਼ ਹੈ। ਜਦੋਂ ਕਿਹਾ ਸੀ ਮੈਂ ਫਿਰਦਾ ਫਿਰਦਾ ਭਟਕਦਾ ਹੈ ਪਰਮਾਤਮਾ ਤੇਰੇ ਦਰ 'ਤੇ ਆਇਆ। ਕਹਿੰਦੇ ਮੇਰੀ ਇੱਕੋ ਹੀ ਬੇਨਤੀ ਹੈ, ਮੈਨੂੰ ਆਪਣੀ ਭਗਤੀ 'ਚ ਲਾ ਲੈ। ਭਗਤੀ 'ਚ ਇਸ ਲਈ ਲਾ ਲੈ ਵੀ ਮੈਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਏ,
ਤੇ ਫਿਰ ਅਖੀਰ ਤੇ ਨਾਨਕ ਭਗਤੀ ਨਾਮ ਸਮਝ। ਭਗਤੀ ਕਰਦਿਆਂ ਕਰਦਿਆਂ ਪਰਮਾਤਮਾ ਦੇ ਨਾਮ ਰਾਹੀਂ ਉਹ ਪਰਮਾਤਮਾ ਦੇ ਵਿੱਚ ਹੀ ਲੀਨ ਹੋ ਜਾਂਦਾ ਹੈ। ਸੋ ਇਸ ਲਈ ਭਾਈ ਜੀਵਨ ਦਾ ਜਿਹੜਾ ਉਦੇਸ਼ ਹੈ ਉਹ ਹੈ ਪਰਮਾਤਮਾ ਦੀ ਭਗਤੀ। ਆ ਜਿਹੜਾ ਅਸੀਂ ਪਾਠ ਕਰਦੇ ਹਾਂ ਅਤੇ ਸਿਮਰਨ ਕਰਦੇ, ਇਹ ਹੈਗਾ ਸਾਧਨ। ਪਾਠ ਸਿਮਰਨ ਇਹ ਹੈਗਾ ਸਾਧਨ ਪਰਮਾਤਮਾ ਦੀ ਪ੍ਰਾਪਤੀ ਦਾ। ਉਦੇਸ਼ ਸਾਧਨ ਨਹੀਂ ਹੁੰਦਾ। ਸਾਧਨ ਨੂੰ ਕਦੇ ਉਦੇਸ਼ ਨਹੀਂ ਬਣਾਈਦਾ। ਉਦੇਸ਼ ਹੈ ਮੈਂ ਕਲਾਸ ਵਿੱਚ ਫਸਟ ਆਵਾਂ। ਸਾਧਨ ਕੀ ਹੈ? ਮਿਹਨਤ ਕਰਨਾ। ਸਾਧਨ ਹੈ ਮਿਹਨਤ। ਟੀਚਰ ਦੀ ਗਾਈਡੈਂਸ, ਵਿਦਿਆਰਥੀ ਦੀ ਮਿਹਨਤ। ਜਦੋਂ ਦੋਨੋਂ ਇਕੱਠੀਆਂ ਹੁੰਦੀਆਂ ਗੱਲ ਬਣ ਜਾਂਦੀ ਹੈ ਕੋਈ ਨਾ ਕੋਈ। ਇਸ ਲਈ ਸਾਡੇ ਜੀਵਨ ਦਾ ਉਦੇਸ਼, ਚਲੋ ਸਾਡਾ ਤੁਹਾਡੇ ਤੇ ਕੋਈ ਹੋਰ ਵੀ ਹੋ ਸਕਦਾ ਹੈ, ਪਰ ਗੁਰਬਾਣੀ ਅਨੁਸਾਰ ਸਾਡੇ ਜੀਵਨ ਦਾ ਉਦੇਸ਼ ਹੈ ਪਰਮਾਤਮਾ ਦੀ ਪ੍ਰਾਪਤੀ। ਅਤੇ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਉਹਦਾ ਨਾਮ ਜਪ ਕੇ। ਆਹੀ ਇਸ ਗੱਲ 'ਚ ਦ੍ਰਿੜ ਕਰਾਇਆ ਹੋਇਆ। ਇਸ ਲਈ ਆਪਣਾ ਹੀ ਫਰਜ਼ ਬਣਦਾ ਜਿੰਨਾ ਸਮਾਂ ਮਿਲੇ ਵੱਧ ਤੋਂ ਵੱਧ ਭਜਨ ਬੰਦਗੀ ਕਰੋ, ਬਾਣੀ ਪੜ੍ਹੋ, ਨਾਮ ਜਪੋ। ਸਾਧ ਸੰਗਤ ਜੀ, ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।